सारे फतेह बुलाओ। वाहिगुरू जी का खालसा। कर दो पिछले
ਸਾਧ ਸੰਗਤ, ਆਪ ਸਭ ਮਾਈ ਭਾਈ ਆਪਣੀ ਰਸਨਾ ਦੀ ਸਫਲਤਾ ਵਾਸਤੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰੋ। ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ, ਦੂਸਰੇ ਹਿੱਸੇ 'ਚ ਸਭ ਭਾਈ, ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾ ਲਓ। ਪ੍ਰਭ ਸਭ ਕਿਛ ਤੇਰਾ ਜੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ। ਸਭ ਕਿਛ ਤੇਰਾ ਜੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ। ਸਭ ਸਭ ਕਿਛ ਤੇਰਾ ਜੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ। ਸਭ ਕਿਛ ਤੇਰਾ ਜੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ। ਤੇਰਾ ਜੀ, ਮੈਂ ਕਿਛ ਨਾਹੀ, ਮੈਂ ਤੇਰਾ ਜੀ, ਮੈਂ ਕਿਛ ਨਾਹੀ, ਮੈਂ ਮੈਂ ਕਿਛ ਨਾਹੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ। ਮੈਂ ਕਿਛ ਨਾਹੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ। ਸਭ ਸਭ ਕਿਛ ਤੇਰਾ ਜੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ। ਸਭ ਕਿਛ ਤੇਰਾ ਜੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ। ਤੇਰਾ ਜੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ। ਤੇਰਾ ਜੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ। ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਵਿਗੈ ਨਿਰਗੁਣ ਉਗੈ ਸਰਗੁਣ। ਕੇਲ ਕਰਤ ਵਿੱਚ ਸੁਆਮੀ ਮੇਰਾ, ਨਗਰ ਮਹਿ ਆਪ ਬਾਹਰ ਫੁਨ ਆਪਨ।
प्रभ मेरे को सगल बसेरा, आपे ही राजन आपे ही राया। कह कह ठाकुर कह कह तेरा, प्रभ सब किछ तेरा जी मैं किछ नाही, मैं किछ नाही। सब किछ तेरा जी मैं किछ नाही, मैं किछ नाही। सब किछ तेरा जी मैं किछ नाही, मैं किछ नाही। सब किछ तेरा जी मैं किछ नाही, मैं किछ नाही। मैं कुछ नाही, मैं कुछ नाही, मैं कुछ नाही, मैं कुछ नाही। मैं कुछ नाही, मैं कुछ नाही, मैं कुछ नाही, मैं कुछ नाही। सब किछ तेरा जी मैं किछ नाही, मैं किछ नाही। सब किछ तेरा जी मैं किछ नाही, मैं किछ नाही। नगर में आप बाहर पुन आपन, प्रभ मेरे को सगल बसेरा। आपे ही राजन आपे ही राया, कह कह ठाकुर कह कह तेरा। का को दुराओ का स्यों बलवंता, जय जय पेखो तह तह नेरा। साध मूर्त गुर भेट्यो नानक, मिल सागर बूंद नहीं अनहेरा। प्रभ सब किछ तेरा जी मैं किछ नाही, मैं किछ नाही। सब किछ तेरा जी मैं किछ नाही, मैं किछ नाही। सब किछ तेरा जी मैं किछ नाही, मैं किछ नाही। सब किछ तेरा जी मैं किछ नाही, मैं किछ नाही।
ਨਾਹੀ ਮੈਂ ਕਿਛ 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 ਨਾਹੀ ਪ੍ਰਭ ਸਭ ਕਿਛ ਤੇਰਾ ਜੀ ਮੈਂ ਕਿਛ ਨਾਹੀ ਮੈਂ ਕਿਛ ਨਾਹੀ ਸਭ ਕਿਛ ਤੇਰਾ ਜੀ ਮੈਂ ਕਿਛ ਨਾਹੀ ਮੈਂ ਕਿਛ ਨਾਹੀ ਤੇਰਾ ਜੀ ਮੈਂ ਕਿਛ ਸਾਧ ਸੰਗਤ ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹੋ। ਪਰਮੇਸ਼ਰ ਦੀ ਅਤ ਪਿਆਰੀ ਸ਼ੈ ਸਾਧ ਸੰਗਤ ਆਪ ਨੂੰ ਮੋਸਰ ਹੈ। ਜਿਉ ਬੁਲਾਵੇ ਤਿਉ ਬੋਲਣਾ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਜੇਕਰ ਆਪਣੀ ਕਿਸੇ ਉੱਪਰ ਪ੍ਰਸੰਨਤਾ ਹੋਵੇ ਆਪਾਂ ਉਸ ਨੂੰ ਆਪਣੀ ਸਭ ਤੋਂ ਪਿਆਰੀ ਚੀਜ਼ ਦੇ ਦਿੰਦੇ ਹਾਂ। ਪਰਮੇਸ਼ਰ ਦੀ ਕਿਸੇ ਉੱਪਰ ਪ੍ਰਸੰਨਤਾ ਹੋਵੇ ਅਕਾਲ ਪੁਰਖ ਵਾਹਿਗੁਰੂ ਟੁੱਟ ਕੇ ਜੀਵ ਨੂੰ ਸਾਧ ਸੰਗਤ ਬਖਸ਼ਦਾ ਹੈ। ਜੋ ਪਰਮੇਸ਼ਰ ਦੀ ਅਤ ਪਿਆਰੀ ਵਸਤੂ ਹੈ, ਜੋ ਪ੍ਰਭ ਕੀ ਅਤ ਪਿਆਰੀ। ਇਸ ਘੋਰ ਕਲੂ ਕਾਲ ਦੇ ਵਿੱਚ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਜਾਣਾ ਸਾਧ ਸੰਗਤ ਮੋਸਰ ਹੋ ਜਾਣੀ ਸਾਧ ਸੰਗਤ ਇਹਦੇ ਨਾਲ ਵੱਡੇ ਕਰਮਾਂ ਦੀ ਹੋਰ ਨਿਸ਼ਾਨੀ ਕੋਈ ਹੋ ਨਹੀਂ ਸਕਦੀ। ਵਡਭਾਗੀ ਸਤ ਸੰਗਤ ਪਾਵੇ ਭਾਗਹੀਣ ਭ੍ਰਮ ਚੋਟਾਂ ਖਾਵੇ। ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੰਦਨ ਸੇਵਕ ਭਾਈ ਨੰਦ ਲਾਲ ਜੀ ਕਹਿ ਰਹੇ ਹਨ, ਸੋਹਬ ਤੇ ਨੇਕਾਂ ਅਗਰ ਬਾਸ਼ਦ ਨਸੀਬ ਦੌਲਤੇ ਜਾਵੇਰ ਜਾਵੀ ਐ ਹਬੀਬ। ਐ ਪਿਆਰੇ, ਜੇ ਤੈਨੂੰ ਸਾਧ ਸੰਗਤ ਪ੍ਰਾਪਤ ਹੋ ਗਈ ਫਿਰ ਇਉਂ ਸਮਝ ਕਿ ਮੈਨੂੰ ਸੱਚਾ ਔਰ ਅਵਿਨਾਸੀ ਧਨ ਮਿਲ ਗਿਆ ਹੈ। ਆਓ ਜਿਤਨਾ ਸਮਾਂ ਆਪਾਂ ਨੂੰ ਸਾਧ ਸੰਗਤ ਦੀਆਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਆਪਾਂ ਸਫਲਾ ਬਣਾਉਣਾ ਗੁਰੂ का पवित्र जस करके। क्योंकि शायद आप ਸਰਬਤ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੋਵੇ ਕਿ ਅੱਜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਤਾ ਗੱਦੀ ਪੁਰ ਸੁਸ਼ੋਭਿਤ ਹੋਣ ਦਾ ਮਹਾਨ ਪਵਿੱਤਰ ਪੁਰਬ ਹੈ। ਪਰਸੋਂ ਨੂੰ ਇਹ ਨੌਵੇਂ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸ਼ਹੀਦੀ ਪੁਰਬ। ਸਾਧ ਸੰਗਤ ਜੋ ਆਪਾਂ ਕੱਲ ਪ੍ਰਕਰਨ ਸ਼ੁਰੂ ਕੀਤਾ ਸੀ ਉਸ ਬਾਬਤ ਵਿਚਾਰ ਆਪਾਂ ਬਾਅਦ ਦੇ ਦਿਨਾਂ ਵਿੱਚ ਕਰਾਂਗੇ। ਸੋ ਇਹਨਾਂ ਦਿਨਾਂ ਵਿੱਚ ਸਤਿਗੁਰੂ ਸਾਹਿਬਾਨ ਦੇ ਪਾਵਨ ਪਵਿੱਤਰ ਇਤਿਹਾਸ ਬਾਬਤ ਜ਼ਰੂਰ ਵਿਚਾਰ ਕਰਨੀ ਬਣਦੀ ਹੈ।
ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਸਾਰ ਸੰਗਤ ਜਿਨ੍ਹਾਂ ਦਾ ਸੰਸਾਰ ਤੇ ਸਾਹਮਣੇ ਅੱਜ ਤੱਕ ਕੋਈ ਹੋਇਆ ਨਹੀਂ। ਦੁਨੀਆ ਤੇ ਜਿਤਨੇ ਵੀ ਰਹਿਬਰ ਆਏ ਹਨ, ਜਿਤਨੇ ਵੀ ਪੀਰ ਪੈਗੰਬਰ ਅਵਤਾਰ ਰਉਦੀਏ ਹੋਏ ਹਨ, ਉਹ ਆਪਣੀ ਆਪਣੀ ਥਾਂ ਸਾਰੇ ਪੂਜਣ ਯੋਗ ਹਨ, ਸਾਰੇ ਨਮਸਕਾਰ ਕਰਨ ਯੋਗ ਹਨ, ਸਾਰੇ ਮਹਾਨ ਹਨ। ਪਰ ਜੇਕਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਕਿਸੇ ਹੋਰ ਰਹਿਬਰ ਦੀ ਤੁਲਨਾ ਕੀਤੀ ਜਾਵੇ, ਉਹਨਾਂ ਦਾ ਸਾਨੇ ਕੋਈ ਮਿਲ ਨਹੀਂ ਸਕਦਾ। ਇਸੇ ਕਰਕੇ ਤੇ ਯੋਗੀ ਅੱਲਾ ਯਾਰ ਖਾਂ ਜੈਸੇ ਮੋਹਮਦਲ ਮੁਸਲਮਾਨਾਂ ਨੂੰ ਵੀ ਕਹਿਣਾ ਪਿਆ, ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, जितनी भी हो तारीफ गोविंद की वो कम है। इंसाफ करे जी में जमाना तो बकी है, कह दो गुरु गोबिंद का कोई सान ही नहीं। पापा भी उस गुरु का पवित्र जस गायन करना है, पूरा प्रभ आराध्या पूरा जाका नाओ, नानक पूरा पाया पूरे के गुण गाओ। गावो संग ते गुण पूरिया गुणां दे, गावो संग ते गुण पूरिया गुणां दे। गावो संग ते गुण पूरिया गुणां दे, गावो संग ते गुण पूरिया गुणां दे। गाओ संग ते गुण पूरिया गुणां दे।
ਸਾਰ ਸੰਗਤ ਗੋਸਾਈ ਤੁਲਸੀਦਾਸ ਜੀ ਦਾ ਕਥਨ ਹੈ, ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ। ਐ ਮਾਤਾ, ਜੇ ਤੈਂ ਆਪਣੀ ਕੁੱਖ ਸਫਲੀ ਕਰਨੀ ਹੈ, ਫਿਰ ਤੇਰੀ ਕੁੱਖੋਂ ਕਿਸੇ ਭਗਤ ਦਾ ਜਨਮ ਹੋਵੇ। ਭਗਤ ਹੋਵੇ ਕਬੀਰ ਜੈਸਾ, ਭਗਤ ਹੋਵੇ ਰਵਿਦਾਸ ਜੈਸਾ, ਨਾਮਦੇਵ ਜੈਸਾ, ਜਾਂ ਫਿਰ ਤੇਰੀ ਕੁੱਖ ਤੋਂ ਪੈਦਾ ਹੋਵੇ ਕੋਈ ਦਾਨੀ ਕਰਨ ਜੈਸਾ, ਜਾਂ ਫਿਰ ਤੇਰੀ ਕੁੱਖੋਂ ਕਿਸੇ ਸੂਰਬੀਰ ਕਿਸੇ ਯੋਧੇ ਦਾ ਜਨਮ ਹੋਵੇ। ਮਾਤਾ ਨੂੰ ਮੁਖਾਤਬ ਕਰਕੇ ਕਹਿ ਰਹੇ ਨੇ ਕਿ ਨਰਕਾਂ ਦੇ ਕੀੜੇ ਹੀ ਜੰਮਣੇ ਸਨ, ਫਿਰ ਕੀ ਜ਼ਰੂਰਤ ਪਈ ਸੀ ਇਸ ਦੇਹੀ ਨੂੰ ਗਾਲਣ ਦੀ। ਇਹਨਾਂ ਨੂੰ ਇਸ ਨਾਲੋਂ ਬਿਹਤਰ ਸੀ ਬਾਂਝ ਹੀ ਰਹਿੰਦੀ। ਸਾਰ ਸੰਗਤ ਤਾੜਨਾ ਹੈ। ਦਰਅਸਲ ਜਿਹੋ ਜਿਹੇ ਖਿਆਲਾਤ ਮਾਤਾ ਦੇ ਹੁੰਦੇ ਹਨ, ਔਲਾਦ ਉੱਪਰ ਵੀ ਅਸਰ ਪੈਂਦਾ ਹੈ। ਬੱਚੇ ਦੀ ਸਭ ਤੋਂ ਪਹਿਲੀ ਉਸਤਾਦ, ਉਹਦੀ ਸਭ ਤੋਂ ਪਹਿਲੀ ਟੀਚਰ ਮਾਤਾ ਹੋਇਆ ਕਰਦੀ ਹੈ। ਮਾਤਾ ਦੇ ਹੱਥ ਵਿੱਚ ਹੈ, ਉਹ ਆਪਣੇ ਪੁੱਤਰ ਨੂੰ ਸੂਰਬੀਰ ਵੀ ਬਣਾ ਸਕਦੀ ਹੈ, ਦਾਨੀ ਵੀ ਬਣਾ ਸਕਦੀ ਹੈ, ਭਗਤ ਵੀ ਬਣਾ ਸਕਦੀ ਹੈ। ਕਿਉਂਕਿ ਪਹਿਲੀ ਸਿੱਖਿਆ ਬੱਚੇ ਨੂੰ ਮਾਤਾ ਦੇ ਪਾਸੋਂ ਮਿਲਣੀ ਹੈ। ਜੇਕਰ ਮਾਤਾ ਦੇ ਹੱਥ ਵਿੱਚ ਹੈ, ਇਸੇ ਕਰਕੇ ਤਾਂ ਗੋਸਾਈ ਤੁਲਸੀਦਾਸ ਜੀ ਮਾਤਾ ਨੂੰ ਮੁਖਾਤਬ ਕਰਕੇ ਕਹਿ ਰਹੇ ਨੇ, ਮਾਤਾ ਕਿਸੇ ਭਗਤ ਕਿਸੇ ਸੂਰਬੀਰ ਜਾਂ ਦਾਨੀ ਪੁੱਤਰ ਨੂੰ ਜਨਮ ਦੇ। ਜੇਕਰ ਇਹੋ ਜਿਹਾ ਦਾਨੀ ਪੁੱਤਰ ਪੈਦਾ ਹੋਵੇ, ਕਿਸੇ ਮਾਤਾ ਦੀ ਕੁੱਖੋਂ ਭਗਤ ਪੁੱਤਰ ਦਾ ਜਨਮ ਹੋਵੇ, ਫਿਰ ਸਾਰ ਸੰਗਤ ਮਾਤਾ ਨੂੰ ਵਡਿਆਈ ਵੀ ਮਿਲੀ ਹੈ। ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ। ਜੇਕਰ ਕਿਸੇ ਨਿੰਦਕ ਕਿਸੇ ਮਨਮੁਖ ਦਾ ਕਿਸੇ ਮਾਤਾ ਦੀ ਕੁੱਖੋਂ ਜਨਮ ਹੋਵੇ, ਮਾਤਾ ਨੂੰ ਫਿਟਕਾਰਿਆ ਵੀ ਗਿਆ ਹੈ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਵਾਂਝਾ। ਤਿਨ ਸੁਣੀ ਦੇ ਫਿਰੈ ਬਿਨ ਨਾਵੈ, ਉਹ ਖਪ ਖਪ ਮੂਏ ਕਰਾਂਝਾ। ਕਬੀਰ ਬੈਸਨੋ ਕੀ ਕੂਕਰ ਭਲੀ, ਸਾਗਤ ਕੀ ਬੁਰੀ ਮਾਏ। ਉਹ ਨਿਤ ਸੁਣੈ ਹਰ ਨਾਮ, ਜਾਸੋ ਪਾਪ ਵਿਸਾਹਨ ਜਾਏ। ਸਾਰ ਸੰਗਤ ਧੰਨ ਹਨ ਮਾਤਾ ਗੁਜਰੀ ਜੀ, ਜਿਨ੍ਹਾਂ ਦੀ ਪਵਿੱਤਰ ਕੁੱਖੋਂ ਉਸ ਮਹਾਨ ਪਵਿੱਤਰ ਹਸਤੀ ਦਾ ਅਵਤਾਰ ਹੋਇਆ, ਜਿਸ ਦੇ ਨਾਲ ਦਾ ਸੰਸਾਰ ਤੇ ਭਗਤ ਵੀ ਕੋਈ ਨਹੀਂ, ਜਿਹਦੇ ਨਾਲ ਦਾ ਸੰਸਾਰ ਤੇ ਸੂਰਬੀਰ ਵੀ ਕੋਈ ਨਹੀਂ, ਔਰ ਜਿਹਦੇ ਨਾਲ ਦਾ ਸੰਸਾਰ ਤੇ ਦਾਤਾ ਵੀ ਕੋਈ ਨਹੀਂ ਹੋਇਆ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਭਗਤਾਂ ਵਿੱਚੋਂ ਸ਼੍ਰੋਮਣੀ ਭਗਤ, ਸੂਰਬੀਰਾਂ ਵਿੱਚੋਂ ਸ਼੍ਰੋਮਣੀ ਸੂਰਬੀਰ, ਦਾਤਿਆਂ ਵਿੱਚੋਂ ਮਹਾਨ ਦਾਤੇ, ਜਰਨੈਲਾਂ ਵਿੱਚੋਂ ਮਹਾਨ ਜਰਨੈਲ, ਨੀਤੀਵਾਨਾਂ ਵਿੱਚੋਂ ਮਹਾਨ ਨੀਤੀਵਾਨ। ਕਿਹੜੀ ਐਸੀ ਸਿਫਤ ਹੈ ਜਾਂ ਕਿਹੜਾ ਐਸਾ ਗੁਣ ਹੈ ਜਿਸ ਦੇ ਨਾਲ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਸ਼ਖਸੀਅਤ ਲਬਾਲਬ ਨਾਮ ਭਰੀ ਪਈ ਹੋਵੇ। ਉਹ ਸਾਰ ਸੰਗਤ 9 ਕਿਸਮ ਦੇ ਸ਼ਾਸਤਰਕਾਰਾਂ ਨੇ ਭਗਤੀ ਮੰਨੀ ਹੈ। ਸਰਵਣ ਸਿਮਰਨ ਕੀਰਤਨ ਪਾਦ ਸੇਵਾ ਅਰਚਾਨ, ਦਾਸਾ ਸਖਪਨ ਵੰਦਨਾ ਸਰਬ ਨਿਵੇਦਨ ਜਾਨ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਵਿੱਤਰ ਇਤਿਹਾਸ ਪੜ੍ਹਿਆ ਜਾਵੇ, ਉਹ ਸਾਰ ਸੰਗਤ ਉਹ 9 ਦੀ 9 ਕਿਸਮ ਦੀ ਭਗਤੀ ਵਿੱਚ ਹੀ ਪੂਰੇ ਪ੍ਰਵੀਨ ਪੂਰੇ ਨਿਪੁੰਨ ਸਨ। ਰਾਗੀ ਸਿੰਘ ਗੁਰਬਾਣੀ ਦਾ ਸ਼ਾਂਤਦਾਇਕ ਪਾਪ ਨਾਸਕ ਕੀਰਤਨ ਕਰਦੇ। ਸਤਿਗੁਰੂ ਜੀ ਆਪਣੇ ਪੈਰੋਕਾਰਾਂ ਨੂੰ ਆਪਣੇ ਗੁਰਸਿੱਖਾਂ ਨੂੰ ਕੋਈ ਨਮੂਨਾ ਦੇਣ ਵਾਸਤੇ ਆਪ ਵੀ ਕੀਰਤਨ ਦੀਆਂ ਹਾਜ਼ਰੀਆਂ ਭਰਦੇ, ਕੀਰਤਨ ਸੁਣਦੇ। ਸਿਮਰਨ ਭਗਤੀ
ਉਹ ਸਾਰ ਸੰਗਤ ਸਿਮਰਨ ਭਗਤੀ ਵਿੱਚ ਤੇ ਗੁਰੂ ਜੀ ਦਾ ਸਾਨੀ ਕੋਈ ਹੋ ਹੀ ਨਹੀਂ ਸਕਦਾ। ਐਸੀ ਲਿਵ ਜੁੜਦੀ ਤੇਲ ਧਾਰਾਵਤ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਮੁਤਬਾਤਰ ਆਪ 48 ਘੰਟੇ 16 ਪਹਿਰ ਬੈਠੇ ਤੂੰ ਹੀ ਦੀ ਧੁਨੀ ਦਾ ਉਚਾਰ ਨਹੀਂ ਕਰਦੇ ਰਹਿੰਦੇ। ਯਮੁਨਾ ਦਾ ਕਿਨਾਰਾ ਹੈ, ਬੜਾ ਇਕਾਂਤ ਔਰ ਸ਼ਾਂਤ ਵਾਤਾਵਰਨ ਹੈ। ਸਤਿਗੁਰੂ ਜੀ ਦੀ ਪਵਿੱਤਰ ਰਸਨਾ ਤੋਂ ਅਕਾਲ ਉਸਤਤ ਦਾ ਉਚਾਰਨ ਹੋ ਰਿਹਾ ਹੈ। ਜਲਸ ਤੂੰ ਹੀ, ਥਲਸ ਤੂੰ ਹੀ, ਨਦਿਸ ਤੂੰ ਹੀ, ਨਦਸ ਤੂੰ ਹੀ, ਬ੍ਰਿਛਸ ਤੂੰ ਹੀ, ਪਤਸ ਤੂੰ ਹੀ, ਜਮੀ ਤੂੰ ਹੀ, ਜਮਾ ਤੂੰ ਹੀ, ਮਕੀ ਤੂੰ ਹੀ, ਮਕਾਨ ਤੂੰ ਹੀ। ਸਾਰ ਸੰਗਤ ਆਪ ਦੀ ਐਸੀ ਲਿਵ ਜੁੜਦੀ ਹੈ, ਰਸਨਾ ਤੋਂ ਉਚਾਰਨ ਸ਼ੁਰੂ ਹੋ ਜਾਂਦਾ ਹੈ। ਤੂੰ ਹੀ ਤੂੰ ਹੀ, 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 ਤੂੰ ਹੀ ਤੂੰ ਹੀ। ਪਾਸ ਲਿਖਾਰੀ ਬੈਠੇ ਹਨ ਜੋ ਸਤਿਗੁਰੂ ਜੀ ਰਸਨਾ ਦੁਆਰਾ ਉਚਾਰਨ ਕਰ ਰਹੇ ਨੇ, ਨਾਲ ਦੀ ਨਾਲ ਲਿਖ ਰਹੇ ਹਨ। ਸਾਰ ਸੰਗਤ ਲਿਖਾਰੀਆਂ ਦੀਆਂ ਕਲਮਾਂ ਰੁਕ ਜਾਂਦੀਆਂ ਹਨ, ਲਿਖਦਿਆਂ ਦੇ ਹੱਥ ਥੱਕ ਜਾਂਦੇ ਹਨ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਰਸਨਾ ਤੂੰ ਹੀ ਦਾ ਉਚਾਰਨ ਕਰਦੀ ਨਹੀਂ ਥੱਕਦੀ। ਗੁਰਹਿ ਦਿਖਾਇਓ ਲੋਇਣਾ, ਈਤਾ ਹੈ ਊਤਾ ਹੈ, ਘਟ 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 ਘਟ, ਤੂੰ ਹੀ ਮੋਹੇ ਨਾ, ਤੂੰ ਹੀ ਮੋਹੇ ਨਾ, ਤੂੰ ਹੀ ਮੋਹੇ ਨਾ, ਤੂੰ ਹੀ ਮੋਹੇ ਨਾ, ਤੂੰ ਹੀ ਮੋਹੇ ਨਾ। सार संगत तीसरी मनी गई है कीर्तन भगति।
ਜਿਸ ਨੂੰ ਕਲਯੁਗ ਦੇ ਸਮੇਂ ਵਿੱਚ ਸਭ ਤੋਂ ਉੱਤਮ ਮੰਨਿਆ ਗਿਆ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਹੈ ਪਤ ਸਿਉ ਜਾਹੇਂਦਾ। ਇਸ ਕੀਰਤਨ ਭਗਤੀ ਨੂੰ ਤੇ ਸਤਿਗੁਰੂ ਜੀ ਨੇ ਆਪਣੀ ਰੂਹ ਦੀ ਖੁਰਾਕ ਬਣਾ ਲਿਆ ਸੀ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਭਾਵੇਂ ਹੁੰਦੀ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ, ਭਾਵੇਂ ਹੁੰਦਾ ਸਰਸਾ ਦਾ ਕਿਨਾਰਾ, ਤੁਰਕਾਂ ਦੀਆਂ ਪਹਾੜੀਆਂ ਦੀ ਫੌਜ ਬੱਦਲਾਂ ਵਾਂਗ ਚੜ੍ਹ ਕੇ ਆ ਰਹੀ ਹੁੰਦੀ, ਸਤਿਗੁਰੂ ਜੀ ਇਹੋ ਜਿਹੇ ਮਾਹੌਲ ਦੇ ਵਿੱਚ ਵੀ ਆਪਣਾ ਰੋਜ਼ ਦਾ ਨਿਤਨੇਮ ਗੁਰਬਾਣੀ ਦੇ ਕੀਰਤਨ ਨਾਲ ਜ਼ਰੂਰ ਜੁੜਦੇ। ਸਾਧ ਸੰਗਤ ਜਦੋਂ ਆਪਨੇ 3 ਪੋਹ ਦੀ ਰਾਤ ਨੂੰ ਅਨੰਦਪੁਰ ਦਾ ਕਿਲ੍ਹਾ ਛੱਡਿਆ, ਸਰਸੇ ਵੱਲ ਨੂੰ ਵਧੇ, ਉਹੀ ਤੁਰਕਰ ਪਹਾੜੀਏ ਜਿਹੜੇ ਪਹਿਲਾਂ ਸੌਹਾਂ ਸੁਗੰਧਾਂ ਖਾ ਰਹੇ ਸਨ, ਕਿ ਇੱਕ ਵਾਰ ਕਿਲ੍ਹਾ ਛੱਡ ਕੇ ਚਲੇ ਜਾਓ, ਅਸੀਂ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰਾਂਗੇ। ਮੁਸਲਮਾਨ ਹਾਕਮਾਂ ਨੇ ਕੁਰਾਨ ਦੀ ਸੌਗੰਧ ਖਾਧੀ, ਜਿਹੜੇ ਹਿੰਦੂ ਪਹਾੜੀਏ ਰਾਜੇ ਸਨ ਉਹਨਾਂ ਨੇ ਗਊ ਦੀ ਸਹੁੰ ਖਾਧੀ। ਇੱਕ ਵਾਰ ਆਨੰਦਪੁਰ ਛੱਡ ਜਾਓ, ਅਸੀਂ ਔਰੰਗਜ਼ੇਬ ਨੂੰ ਮੂੰਹ ਦਿਖਾਉਣ ਜੋਗੇ ਰਹਿ ਜਾਵਾਂਗੇ, ਨਹੀਂ ਸਾਨੂੰ ਫਿਟਕਾਰਾਂ ਲਾਹਣਤਾਂ ਪੈਣਗੀਆਂ ਵੀ ਤੁਹਾਡੇ ਪਾਸ ਲੱਖਾਂ ਦੀ ਗਿਣਤੀ 'ਚ ਸੈਨਾ ਸੀ, ਤੁਸੀਂ ਨਾ ਕਿਲ੍ਹਾ ਫਤਿਹ ਕਰ ਸਕੇ, ਨਾ ਗੁਰੂ ਜੀ ਨੂੰ ਗ੍ਰਿਫਤਾਰ ਕਰ ਸਕੇ, ਤੁਹਾਡੀ ਕਾਹਦੀ ਬਹਾਦਰੀ ਹੈ। ਸੱਚੇ ਪਾਤਸ਼ਾਹ ਜਿੱਥੇ ਵੀ ਚਾਹੁੰਦੇ ਹੋ ਉੱਥੇ ਸਹੀ ਸਲਾਮਤ ਪਹੁੰਚ ਜਾਇਓ, ਪਰ ਇੱਕ ਵਾਰ ਕਿਲ੍ਹਾ ਖਾਲੀ ਕਰ ਦਿਓ। ਪਰ ਜਦੋਂ ਨਾ ਚਾਹੁੰਦਿਆਂ ਹੋਇਆਂ ਵੀ ਸਤਿਗੁਰੂ ਜੀ ਨੇ ਕਿਲ੍ਹਾ ਛੱਡਿਆ, ਕਿਉਂਕਿ ਗੁਰੂ ਜੀ ਤੇ ਉਹਨਾਂ ਦੀ ਬੇਈਮਾਨੀ ਜਾਣਦੇ ਸਨ। ਸਿੱਖ ਜ਼ਿਆਦਾ ਮਜਬੂਰ ਕਰਨ ਲੱਗੇ, ਉਹਨਾਂ ਨੇ ਮਾਤਾ ਜੀ ਨੂੰ ਵੀ ਆਪਣੇ ਨਾਲ ਰਲਾ ਲਿਆ। ਖੈਰ ਸਤਿਗੁਰੂ ਜੀ ਨੇ ਆਪਣੇ ਪਰਿਵਾਰ ਔਰ ਜਿਹੜੇ ਗਿਣਤੀ ਦੇ ਤਕਰੀਬਨ 700 ਸਿੰਘ ਸਨ, ਉਹਨਾਂ ਸਮੇਤ ਆਨੰਦਪੁਰ ਛੱਡ ਦਿੱਤਾ। ਉਹਨਾਂ ਤੁਰਕਾਂ ਔਰ ਪਹਾੜੀਆਂ ਨੇ ਧਰਮ ਔਰ ਸਦਾਚਾਰ ਦੇ ਸਾਰੇ ਅਸੂਲ ਛਿੱਕੇ ਪਰ ਟੰਗ ਦਿੱਤੇ, ਸਾਰੀਆਂ ਸੌਹਾਂ ਸੁਗੰਧਾਂ ਵਿਸਾਰ ਦਿੱਤੀਆਂ। ਸਤਿਗੁਰੂ ਜੀ ਦੇ ਪਰਿਵਾਰ ਔਰ ਸਿੰਘਾਂ ਦੇ ਉੱਪਰ ਪਿੱਛੋਂ ਹੱਲਾ ਬੋਲ ਦਿੱਤਾ। ਅੱਗੇ ਸਰਸਾ ਦੇ ਵਿੱਚ ਪਾਣੀ ਦਾ ਪ੍ਰਵਾਹ ਬੜਾ ਤੇਜ਼ ਚੱਲ ਰਿਹਾ ਹੈ, ਕਿਉਂਕਿ ਪਹਾੜੀ ਇਲਾਕਿਆਂ ਵਿੱਚ ਬਾਰਿਸ਼ ਹੋਈ ਹੈ। ਪਾਣੀ ਇਤਨਾ ਤੇਜ਼ ਚੱਲ ਰਿਹਾ ਹੈ, ਸਰਸਾ ਪਾਰ ਨਹੀਂ ਕੀਤਾ ਜਾ ਸਕਦਾ। ਪਿੱਛੇ ਤੁਰਕਾਂ ਦੀ ਔਰ ਪਹਾੜੀਆਂ ਦੀ ਸੈਨਾ ਚੜ੍ਹ ਕੇ ਆ ਰਹੀ ਹੈ, ਪਿੱਛੇ ਮੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਭਾਈ ਉਦੇ ਸਿੰਘ ਔਰ ਸਾਹਿਬਜ਼ਾਦਾ ਅਜੀਤ ਸਿੰਘ ਇਹ ਅੱਗੇ ਵਧੇ ਤੁਰਕਾਂ ਦੀ ਔਰ ਪਹਾੜੀਆਂ ਦੀ ਸੈਨਾ ਨੂੰ ਰੋਕਣ ਵਾਸਤੇ। ਔਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਜਗ੍ਹਾ ਉੱਚੀ ਸੁਰੱਖਿਅਤ ਦੇਖ ਕੇ ਡੇਰਾ ਕਰ ਲਿਆ। ਹੁਣ ਅੰਮ੍ਰਿਤ ਵੇਲਾ ਹੈ। ਭਾਈ ਦਇਆ ਸਿੰਘ ਜੀ ਨੂੰ ਮੁਖਾਤਬ ਕਰਕੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਕਹਿ ਰਹੇ ਨੇ, ਭਾਈ ਸਾਹਿਬ ਜੀ ਸਾਨੂੰ ਭੁੱਖ ਲੱਗੀ ਹੈ। ਭਾਈ ਸਾਹਿਬ ਨੇ ਅਰਜ਼ ਕੀਤੀ, ਗਰੀਬ ਨਵਾਜ਼, ਅੱਗੇ ਤਾਂ ਕਦੀ ਆਪਨੇ ਇਸ ਵਕਤ ਪ੍ਰਸ਼ਾਦ ਪਾਣੀ ਨਹੀਂ ਮੰਗਿਆ, ਅੱਗੇ ਤੇ ਇਸ ਵੇਲੇ ਆਪ ਨੂੰ ਕਦੀ ਭੁੱਖ ਨਹੀਂ ਲੱਗੀ, ਇਹ ਕੀ ਅਚਰਜ ਖੇਡ ਹੈ। ਸਾਹਿਬ ਗੁਰੂ ਕਲਗੀਧਰ ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣਗੇ, ਭਾਈ ਸਾਹਿਬ ਜੀ ਸਾਡੀ ਖੁਰਾਕ ਕੋਈ ਪ੍ਰਸ਼ਾਦ ਪਾਣੀ ਨਹੀਂ, ਸਾਡੀ ਖੁਰਾਕ ਸਾਡਾ ਭੋਜਨ ਹੈ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤਾ ਹੈ। ਮਨ ਮੈਂ ਚਿਤਵ ਚਿਤਵਨੀ ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ। ਐ ਗੁਰੂ ਨਾਨਕ ਦੇ ਪਿਆਰੇ ਗੁਰਸਿੱਖੋ, ਜੋ ਮੇਰੀ ਰੂਹ ਦੀ ਖੁਰਾਕ ਹੈ ਗੁਰਬਾਣੀ ਦਾ ਕੀਰਤਨ, ਮੈਨੂੰ ਖੁਰਾਕ ਛਕਾਓ। ਸਾਰ ਸੰਗਤ ਇਤਿਹਾਸ ਇਸ ਗੱਲ ਦੀ ਸਾਖੀ ਭਰਦਾ ਹੈ। ਉਧਰ ਗੋਲੀਆਂ ਵਰਦੀਆਂ ਰਹੀਆਂ, ਤਲਵਾਰਾਂ ਚੱਲਦੀਆਂ ਰਹੀਆਂ, ਪਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਸਿੱਖਾਂ ਦੇ ਪਾਸੋਂ ਇਹੋ ਜਿਹੇ ਮਾਹੌਲ ਵਿੱਚ ਬੈਠ ਕੇ ਵੀ ਸੰਪੂਰਨ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ। ਉਸਤਾਰ ਸੰਗਤ ਕੌਣ?
ਇਤਨਾ ਪ੍ਰਪੱਕ ਹੋ ਸਕਦਾ ਹੈ ਇਸ ਭਗਤੀ ਦੇ ਵਿੱਚ ਜਿਹਨੂੰ ਸਤਿਗੁਰੂ ਜੀ ਵਡਿਆਈ ਦੇ ਰਹੇ ਹਨ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਕੀਰਤਨ ਪ੍ਰਧਾਨਾ ਕਾਲ ਜੁਗ ਮੈਂ, ਕੀਰਤਨ ਪ੍ਰਧਾਨਾ ਕਾਲ ਜੁਗ ਮੈਂ। ਕੀਰਤਨ ਪ੍ਰਧਾਨਾ ਕਾਲ ਜੁਗ ਸਾਰ ਸੰਗਤ ਇਸੇ ਤਰ੍ਹਾਂ ਪਾਦ ਸੇਵਨ ਭਗਤੀ ਹੈ। ਆਪਣੇ ਇਸ਼ਟ ਦੇ ਚਰਨਾਂ ਨੂੰ ਹਿਰਦੇ ਅੰਦਰ ਵਸਾਉਣਾ। ਸਤਿਗੁਰੂ ਜੀ ਦਾ ਇਸ਼ਟ ਕੌਣ ਸੀ? ਆਦ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਚਿੱਤ ਚਰਨ ਨਾਮ, ਇਹਨੂੰ ਆਪਣੇ ਹਿਰਦੇ ਅੰਦਰ ਵਸਾ ਲਿਆ ਸੀ। ਆਪ ਇਸ ਭਗਤੀ ਵਿੱਚ ਵੀ ਪ੍ਰਵੀਨ ਸਨ। ਇਸੇ ਤਰ੍ਹਾਂ ਅੱਗੇ ਅਰਚਨਾ ਭਗਤੀ, ਦਾਸਾ ਭਾਵ ਭਗਤੀ। ਦਾਸਾ ਭਾਵ ਭਗਤੀ ਕਿਹੜੀ ਹੈ? ਆਪਣੇ ਆਪ ਨੂੰ ਨਿਮਰਤਾ ਦੇ ਘਰ ਵਿੱਚ ਆ ਕੇ ਅਕਾਲ ਪੁਰਖ ਵਾਹਿਗੁਰੂ ਦਾ ਸਾਰ ਸੰਗਤ ਦਾ ਦਾਸ ਸੇਵਕ ਜਾਣਨਾ। ਉਹ ਸਾਰ ਸੰਗਤ ਕਿਤਨੀ ਨਿਮਰਤਾ ਸੀ ਸਤਿਗੁਰੂ ਜੀ ਦੇ ਵਿੱਚ, ਹਾਲਾਂਕਿ ਸਮਰੱਥ ਸਨ। ਅਕਾਲ ਪੁਰਖ ਵਾਹਿਗੁਰੂ ਨੇ ਆਪ ਨੂੰ ਨਿਵਾਜ ਕੇ ਭੇਜਿਆ। ਇਹ ਕਿਹਾ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਵੇ ਕੋ ਸਾਜਾ। ਪਰ ਬਾਵਜੂਦ ਇਸ ਦੇ ਆਪਣੇ ਆਪ ਨੂੰ ਕਹਾਇਆ ਕਿ ਮੈਂ ਹੋ ਪਰਮ ਪੁਰਖ ਕੋ ਦਾਸਾ। ਐ ਦੁਨੀਆ ਦੇ ਲੋਗੋ, ਮੈਂ ਤੇ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਦਾ ਦਾਸ, ਉਹਦਾ ਸੇਵਕ ਹਾਂ। ਆਇਆ ਹਾਂ ਅਕਾਲ ਪੁਰਖ ਦਾ ਹੁਕਮ ਮੰਨ ਕੇ ਸੰਸਾਰ ਦਾ ਤਮਾਸ਼ਾ ਦੇਖਣ ਵਾਸਤੇ। ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚਰ ਕਰਵੇ ਕੋ ਸਾਜਾ। ਅਕਾਲ ਪੁਰਖ ਨੇ ਇਹ ਕਹਿ ਕੇ ਭੇਜਿਆ। ਪਰ ਸਤਿਗੁਰੂ ਜੀ ਕੀ ਕਹਿ ਰਹੇ ਹਨ?
मैं हूँ परम पुरख को दासा, देखन आयो जगत तमाशा। मोको दास तबन का जानो, या मैं भेद न रंच पछानो। परम पुरख को दासा मैं हूँ, परम पुरख को दासा, परम पुरख को दासा मैं हूँ, परम पुरख को दासा। परम पुरख को दासा, परम पुरख को दासा मैं हूँ, परम पुरख को दासा। मैं हूँ परम पुरख को, परम पुरख को दासा मैं हूँ, परम पुरख को दासा। ਸਾਰ ਸੰਗਤ ਨਿਮਰਤਾ ਦੇ ਤੇ ਆਪ ਪੁੰਜ ਸਨ। ਨਿਮਰਤਾ ਧਾਰਨ ਕਰਨੀ, ਆਪਣੇ ਆਪ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਦਾਸ ਸੇਵਕ ਜਾਣਨਾ। ਸਾਰ ਸੰਗਤ ਇਹ ਵੀ ਸਿਆਣੇ ਪੁਰਸ਼ਾਂ ਨੇ ਭਗਤੀ ਵਿੱਚ ਸ਼ੁਮਾਰ ਕੀਤਾ ਹੈ। ਇਸੇ ਤਰ੍ਹਾਂ ਇੱਕ ਸਖਾ ਸਖੀ ਭਾਵ ਭਗਤੀ ਹੈ। ਉਹ ਕੀ? ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਸੱਚਾ ਮਿੱਤਰ ਜਾਣਨਾ। ਹਰ ਵਕਤ ਮਨ ਵਿੱਚ ਇਹ ਭਾਵਨਾ ਰੱਖਣੀ, ਸਾਧ ਸੰਗਤ ਜਿਸ ਤਰ੍ਹਾਂ ਸਖਾ ਸਖੀ ਦਾ ਆਪਸ ਵਿੱਚ ਪਿਆਰ ਹੁੰਦਾ ਹੈ, ਇਉਂ ਆਪਣੇ ਇਸ਼ਟ ਅਕਾਲ ਪੁਰਖ ਵਾਹਿਗੁਰੂ ਨਾਲ ਪਿਆਰ ਕਰਨਾ ਕਿ ਅਕਾਲ ਪੁਰਖ ਹੈ ਮੇਰਾ ਸੱਚਾ ਮਿੱਤਰ। ਮਿੱਤਰ ਤਾਂ ਹਮੇਸ਼ਾ ਮਿੱਤਰ ਦੀ ਬਿਹਤਰੀ ਸੋਚਦਾ ਹੈ, ਜੋ ਵੀ ਕਰਦਾ ਹੈ ਮੇਰੇ ਭਲੇ ਵਾਸਤੇ। ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਉਹ ਸਾਰ ਸੰਗ ਜਿਹੜੇ ਇਸ ਭਗਤੀ ਵਿੱਚ ਪ੍ਰਵਿਰਤ ਹੁੰਦੇ ਹਨ, ਉਹ ਕਦੇ ਪਰਮੇਸ਼ਰ ਨੂੰ ਕੋਈ ਉਲਾਮਾ ਨਹੀਂ ਦਿੰਦੇ। ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਉਲਾਮੇ ਤੇ ਅਕਾਲ ਪੁਰਖ ਨੂੰ ਮਨਮੁਖ ਦਿੰਦੇ ਨੇ, ਪਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਕਿਵੇਂ ਅਕਾਲ ਪੁਰਖ ਨੂੰ ਉਲਾਮਾ ਦੇ ਸਕਦੇ ਸਨ? ਉਹ ਵੀ ਸਮਾਂ ਸੀ ਜਦੋਂ ਆਪ ਸ੍ਰੀ ਅਨੰਦਪੁਰ ਸਾਹਿਬ, ਜਦੋਂ ਆਪਣੇ ਤਖਤ ਉੱਪਰ ਵੀਰ ਆਸਣ ਸੁਸ਼ੋਭਿਤ ਹੁੰਦੇ, ਸੀਸ ਉੱਪਰ ਬੜਾ ਕੀਮਤੀ ਚੰਦੋਆ ਤਾਣਿਆ ਹੁੰਦਾ, ਚੌਰ ਬਰਦਾਰ ਚੌਰ ਕਰਦਾ। ਇੱਕ ਪਾਸੇ ਰਾਗੀ ਸਿੰਘ ਬੈਠੇ ਗੁਰਬਾਣੀ ਦਾ ਸ਼ਾਂਤਦਾਇਕ ਕੀਰਤਨ ਕਰਦੇ, ਦੂਸਰੇ ਪਾਸੇ ਬਹੁਤ ਸਾਰੇ ਸਨੱਧਵਰ ਸੂਰਮੇ ਸ਼ਾਸਤਰ ਵਸਤਰ ਸਜਾ ਕੇ ਤਿਆਰ ਹੋ ਕੇ ਬੈਠਦੇ। ਇੱਕ ਪਾਸੇ ਭਗਤੀ ਰਸ, ਦੂਸਰੇ ਪਾਸੇ ਬੀਰਸ ਠਾਠਾਂ ਮਾਰਦਾ। ਦੂਰ ਤੱਕ ਸ਼ਾਮਿਆਨੇ ਲੱਗੇ ਹੁੰਦੇ। ਇੱਕ ਪਾਸੇ ਮਾਈ ਲੋਕ, ਦੂਸਰੇ ਪਾਸੇ ਭਾਈ ਲੋਕ ਬੈਠ ਕੇ ਨੇਤਰਾਂ ਨਾਲ ਗੁਰੂ ਕੇ ਪਵਿੱਤਰ ਦੀਦਾਰ ਕਰਦੇ। ਉਹ ਸਾਰ ਸੰਗਤ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀ ਸ਼ੋਭਾ ਦੇ ਸਾਹਮਣੇ ਹਿੰਦੁਸਤਾਨ ਦੇ ਚੱਕਰਵਰਤੀ ਬਾਦਸ਼ਾਹ ਦੇ ਦਰਬਾਰ ਦੀ ਸ਼ੋਭਾ ਵੀ ਮਾਤ ਪੈ ਜਾਂਦੀ। ਉਹ ਵੀ ਸਮਾਂ ਸੀ। ਔਰ ਦੂਸਰੇ ਪਾਸੇ ਉਹ ਵੀ ਸਮਾਂ ਸੀ ਜਦੋਂ ਸਤਿਗੁਰੂ ਜੀ ਦੇ ਪਾਸ ਕੋਈ ਹਜ਼ੂਰੀਆ ਸੇਵਾਦਾਰ ਵੀ ਨਹੀਂ ਸੀ, ਪਾਸ ਦਲ ਸ਼ਿੰਗਾਰ ਘੋੜਾ ਨਹੀਂ ਸੀ, ਚਰਨਾਂ ਵਿੱਚ ਮਖਮਲੀ ਜੋੜਾ ਨਹੀਂ ਸੀ, ਹੱਥ ਉੱਪਰ ਸਫੈਦ ਰੰਗ ਦਾ ਬਾਜ਼ ਵੀ ਨਹੀਂ ਸੀ, ਸੂਈਸ ਉੱਪਰ ਜਿਗਾ ਕਲਗੀ ਤਾਜ ਵੀ ਨਹੀਂ ਸੀ, ਜਾਮਾ ਵੀ ਲੀਰੋ ਲੀਰ ਸੀ। ਆਪ ਜ਼ਮੀਨ ਉੱਪਰ ਹੀ ਸੱਥਰ ਵਿਛਾ ਕੇ ਟਿੰਡ ਦਾ ਸਰਾਣਾ ਲਾਈ ਪਏ ਸਨ।
ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਚਰਨਾਂ 'ਚ ਛਾਲੇ ਸਨ। ਉਹ ਸਾਰ ਸੰਗਤ ਯਾਦ ਕਰੋ, ਉਹ ਵਕਤ ਉਦੋਂ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਨੂੰ ਕੋਈ ਉਲਾਮਾ ਨਹੀਂ ਦਿੱਤਾ। ਔਰ ਦੁਨੀਆ ਦੇ ਹੋਰ ਰਹਿਬਰਾਂ ਦਾ ਇਤਿਹਾਸ ਵੀ ਪੜ੍ਹ ਲਓ, ਜਿਨ੍ਹਾਂ ਨੇ ਪਰਮੇਸ਼ਰ ਨੂੰ ਮੁਖਾਤਬ ਕਰਕੇ ਵੀ ਕਹਿ ਦਿੱਤਾ, ਐ ਪਰਮੇਸ਼ਰ, ਐ ਪਿਤਾ, ਤੈਂ ਮੈਨੂੰ ਕਿਹੋ ਜਿਹੀ ਪ੍ਰੀਖਿਆ ਵਿੱਚ ਪਾ ਦਿੱਤਾ, ਇਹੋ ਜਿਹੀ ਪ੍ਰੀਖਿਆ ਕਿਸੇ ਹੋਰ ਨੂੰ ਨਾ ਪਾਏ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਵੀ ਉਹਦੀ ਰਜ਼ਾ ਵਿੱਚ ਰਾਜ਼ੀ ਹਨ। ਗੈਬੀ ਸ਼ਕਤੀਆਂ ਹਾਜ਼ਰ ਹੋ ਜਾਂਦੀਆਂ ਹਨ। ਸੱਚੇ ਪਾਤਸ਼ਾਹ ਆਪ ਸਮਰੱਥ ਹੋ ਆਪਣੇ ਇੱਕੋ ਸੰਕਲਪ ਦੇ ਨਾਲ ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟ ਸਕਦੇ ਹੋ। ਜੇਕਰ ਆਪ ਨੇ ਸ਼ਕਤੀ ਨਹੀਂ ਦਿਖਾਉਣੀ, ਸਾਨੂੰ ਹੁਕਮ ਕਰੋ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਵੀ ਅਸੀਂ ਤੇ ਆਪਣੇ ਗੁਰੂ ਪਿਤਾ, ਆਪਣੇ ਬਜ਼ੁਰਗਾਂ ਦੇ ਪਾਸੋਂ ਇਹੋ ਹੀ ਸੁਣਿਆ, ਜਿਹੜੇ ਤੱਤੀਆਂ ਤਵੀਆਂ ਪਰ ਬੈਠ ਕੇ ਵੀ ਕਹਿੰਦੇ ਰਹੇ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਤੱਤੀ ਰੇਤ ਵੀ ਸੀਸ ਵਿੱਚ ਪੈਂਦੇ ਰਹੇ, ਫਿਰ ਵੀ ਉਹਨਾਂ ਦੀ ਰਸਨਾ ਤੋਂ ਉਚਾਰਨ ਹੁੰਦਾ ਰਿਹਾ, ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ। ਵੀ ਅਸੀਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਜਾਚ ਸਿੱਖੀ ਹੈ। ਅਸੀਂ ਤੇ ਪਰਮੇਸ਼ਰ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਸੱਚਾ ਮਿੱਤਰ ਸਮਝਦੇ ਹਾਂ। ਉਹ ਜੋ ਕਰਦਾ ਹੈ ਸਾਡੇ ਭਲੇ ਵਾਸਤੇ। ਜੋ ਤੁਰ ਭਾਵੈ ਨਾਨਕਾ ਸਾਈ ਗੱਲ ਚੰਗੀ। ਉਹ ਸਾਰ ਸੰਗਤ ਅੱਜ ਵੀ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਉਲਾਮਾ ਨਹੀਂ ਦੇ ਰਹੇ। ਉਹਨਾਂ ਸ਼ਕਤੀਆਂ ਨੇ ਫੇਰ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਪਰ ਸਾਡੇ ਵਾਸਤੇ ਕੋਈ ਹੁਕਮ, ਸਾਡੇ ਲਾਇਕ ਕੋਈ ਸੇਵਾ। ਸਤਿਗੁਰੂ ਜੀ ਕਹਿਣ ਲੱਗੇ ਵੀ ਜੇਕਰ ਸੇਵਾ ਕਰਨੀ ਹੀ ਹੈ, ਸਾਡਾ ਇੱਕ ਸੰਦੇਸ਼ ਹੈ, ਉਹ ਸਾਡੇ ਮਿੱਤਰ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਪਹੁੰਚਾ ਦਿਓ। ਉਹ ਸਤਿਗੁਰੂ ਜੀ ਫਿਰ ਕਿਹੜਾ ਸੰਦੇਸ਼ ਦਿੰਦੇ ਨੇ ਆਪਣੇ ਮਿੱਤਰ ਪਿਆਰੇ ਅਕਾਲ ਪੁਰਖ ਵਾਹਿਗੁਰੂ ਨੂੰ? ਪੜੋ ਪ੍ਰੇਮ ਦੇ ਨਾਲ। ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ,
ਯਾਰੜੇ ਦਾ ਸਾਨੂੰ ਸੱਥਰ ਚੰਗਾ। ਐ ਅਕਾਲ ਪੁਰਖ, ਜੇ ਤੈਨੂੰ ਪ੍ਰਵਾਨ ਹੀ ਇਉਂ ਹੈ, ਫਿਰ ਮੈਨੂੰ ਵੀ ਜ਼ਮੀਨ ਉੱਪਰ ਸੱਥਰ ਵਿਛਾ ਕੇ ਟਿੰਡ ਦਾ ਸਿਰਹਾਣਾ ਲਾ ਕੇ ਲੇਟਣ ਦੇ ਵਿੱਚ ਕੋਈ ਰੰਜਿਸ਼ ਨਹੀਂ, ਕੋਈ ਗਿਲਾ ਨਹੀਂ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਸਾਨੂੰ ਤੇਰਾ ਬਖਸ਼ਿਆ ਸੱਥਰ ਹੀ ਪ੍ਰਵਾਨ ਹੈ, ਪੱਟ ਖੇੜਿਆਂ ਦਾ ਰਹਿਣ। ਸਾਰ ਸੰਗਤਾਂ ਤੇ ਧਿਆਨ ਦਿਓ। ਆਪ ਨੇ ਇਹ ਭਗਤੀ ਵੀ ਕੀਤੀ ਪਰਮੇਸ਼ਰ ਦੇ ਭਾਣੇ ਵਿੱਚ ਪ੍ਰਸੰਨ ਰਹਿਣ ਦੀ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਇਹ ਵੀ ਸਖਾ ਸਖੀ ਭਾਵ ਭਗਤੀ ਵਿੱਚ ਸ਼ੁਮਾਰ ਆ ਜਾਂਦਾ ਹੈ। ਦਾਸਾ ਸਗਪਨ ਵੰਦਨਾ ਸਰਬ ਨਿਵੇਦਨ ਜਾਨ। ਫਿਰ ਵੰਦਨਾ, ਨਮਸਕਾਰ, ਭਗਤੀ, ਉਹ ਸਾਰ ਸੰਗਤ ਉਹਨਾਂ ਦਾ ਤੇ ਸਭ ਕੁਝ ਹੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਸਮਰਪਿਤ ਸੀ। ਆਪਾਂ ਨਮਸਕਾਰ ਕਰਦੇ ਹਾਂ, ਗੁਰੂ ਚਰਨਾਂ ਵਿੱਚ ਆ ਕੇ ਆਪਣਾ ਸਿਰ ਝੁਕਾਉਂਦੇ ਹਾਂ। ਇਹਦਾ ਭਾਵ ਕੀ ਹੁੰਦਾ ਹੈ? ਇਹ ਅਕਾਲ ਪੁਰਖ ਸਤਿਗੁਰੂ ਸੱਚੇ ਪਾਤਸ਼ਾਹ, ਮੇਰਾ ਆਪਾ ਤੇਰੇ ਅੱਗੇ ਸਮਰਪਿਤ ਹੈ, ਮੇਰਾ ਸਿਰ ਤੇਰੇ ਚਰਨਾਂ ਵਿੱਚ ਭੇਟ ਹੈ, ਜਿੱਧਰ ਮਰਜ਼ੀ ਲੇਖੇ ਲਾਓ। ਸਿਰ ਝੁਕਾਉਣ ਦਾ ਇਹੋ ਹੀ ਮਤਲਬ ਹੁੰਦਾ ਹੈ ਨਾ। ਔਰ ਸਤਿਗੁਰੂ ਜੀ ਨੇ ਤੇ ਆਪਣਾ ਸਭ ਕੁਝ ਹੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਸੌਂਪ ਛੱਡਿਆ ਸੀ। ਆਤਮ ਨਿਵੇਦਨ ਭਗਤੀ, ਤਨ ਵੀ, ਮਨ ਵੀ, ਧਨ ਵੀ, ਸਭ ਕੁਝ ਪਰਮੇਸ਼ਰ ਚਰਨਾਂ ਵਿੱਚ ਅਰਪ ਕੇ ਪਰਮੇਸ਼ਰ ਪਰਾਇਣ ਹੋ ਜਾਣਾ। ਸਾਰ ਸੰਗ ਤੇ ਭਗਤੀ ਦੀ ਦਰਅਸਲ ਆਖਰੀ ਸਟੇਜ ਹੈ, ਜਿੱਥੇ ਜਾ ਕੇ ਭਗਤ ਭਗਤੀ ਕਰਦਾ ਕਰਦਾ ਭਗਵਾਨ ਵਿੱਚ ਅਭੇਦ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਆਪਣਾ ਸਰਬੰਸ ਕੌਮ ਦੇ ਲੇਖੇ ਅਰਪਣ ਕਰਕੇ ਆਪਣਾ ਸਭ ਕੁਝ ਵਾਰ ਕੇ ਫਿਰ ਵੀ ਕੀ ਕਿਹਾ? ਤੇਰਾ ਤੁਝ ਕੋ ਸੌਂਪ ਤੇ। ਸਾਰ ਸੰਗਤ ਯਾਦ ਕਰੋ ਉਹ ਸਮਾਂ ਜਦੋਂ ਚਮਕੌਰ ਦੇ ਮੈਦਾਨੇ ਜੰਗ ਦੇ ਵਿੱਚ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ। ਔਰ ਹੋਰ ਵੀ ਇਤਿਹਾਸ ਪੜ੍ਹ ਕੇ ਦੇਖ ਲਓ, ਕਿਸੇ ਨੇ ਆਪਣੇ ਪੁੱਤਰਾਂ ਦਾ ਵਿਯੋਗ ਨਾ ਝੱਲਿਆ। ਸਰਵਣ ਦੇ ਮਾਤਾ ਪਿਤਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਸਾਡੇ ਅੰਧਿਆਂ ਦੀ ਡੰਗੋਰੀ, ਇਹ ਕੋਈ ਸਾਡਾ ਆਸਰਾ, ਸਾਡਾ ਪੁੱਤਰ, ਉਹਦੇ ਮਾਰਿਆ ਦਸ਼ਰਥ ਨੇ ਤੀਰ, ਉਹ ਅਕਾਲ ਚਲਾਣਾ ਕਰ ਗਿਆ। ਸਾਰ ਸੰਗਤ ਆਪਣੇ ਪੁੱਤਰ ਦੇ ਵਿਯੋਗ ਦੇ ਵਿੱਚ ਤੜਪ ਤੜਪ ਕੇ ਪ੍ਰਾਣ ਦੇ ਦਿੰਦੇ ਹਨ। ਇੱਕ ਮੁਸਲਮਾਨ ਨਵੀ ਜਦੋਂ ਪਤਾ ਲੱਗਦਾ ਹੈ ਮੇਰੇ ਪੁੱਤਰ ਦੀ ਕੁਰਬਾਨੀ ਹੋਣ ਲੱਗੀ ਹੈ, ਆਪਣੀ ਅੱਖਾਂ ਉੱਪਰ ਪੱਟੀ ਬੰਨ੍ਹ ਲੈਂਦਾ ਹੈ। ਦਸ਼ਰਥ ਜਦੋਂ ਉਹਨਾਂ ਨੂੰ ਭਗਵਾਨ ਰਾਮਚੰਦਰ ਜੀ ਦਾ ਵਿਛੋੜਾ ਹੋਇਆ, ਉਹਨਾਂ ਵਾਸਤੇ ਅਸਹਿ ਬਣ ਗਿਆ। ਆਪਣੇ ਮਹਿਲ ਦੀ ਛੱਤ ਉੱਪਰ ਖੜ ਗਏ। ਜਦੋਂ ਭਗਵਾਨ ਰਾਮਚੰਦਰ ਜੀ ਬਨਵਾਸ ਨੂੰ ਜਾਣ ਲੱਗੇ, ਜਿਤਨੀ ਦੇਰ ਪੁੱਤਰ ਦੇ ਦਰਸ਼ਨ ਹੁੰਦੇ ਰਹੇ, ਟਿਕ ਟਿਕੀ ਲਗਾ ਕੇ ਦਸ਼ਰਥ ਜੀ ਆਪਣੇ ਪੁੱਤਰ ਵੱਲ ਤੱਕਦੇ ਰਹੇ। ਜਦੋਂ ਭਗਵਾਨ ਰਾਮਚੰਦਰ ਜੀ ਅੱਖਾਂ ਤੋਂ ਓਹਲੇ ਹੋ ਗਏ, ਉਸੇ ਵਕਤ ਗਸ਼ ਪੈ ਗਈ, ਧੜਮ ਕਰਕੇ ਹੇਠਾਂ ਜ਼ਮੀਨ ਤੇ ਆ ਡਿੱਗੇ। ਪੁੱਤਰ ਦੇ ਵਿਯੋਗ ਦੇ ਵਿੱਚ ਤੜਪ ਤੜਪ ਕੇ ਉਹਨਾਂ ਨੇ ਵੀ ਪ੍ਰਾਣ ਦੇ ਦਿੱਤੇ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਅੱਖਾਂ ਦੇ ਸਾਹਮਣੇ ਅੱਜ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਰਹੇ ਹਨ, ਫਿਰ ਵੀ ਚਿਹਰੇ ਉੱਪਰ ਕੋਈ ਚਿੰਤਾ ਦਾ ਹਾਵ ਭਾਵ ਨਹੀਂ, ਨੇਤਰਾਂ ਵਿੱਚ ਕੋਈ ਆਂਸੂ ਨਹੀਂ, ਬਲਕਿ ਅਕਾਲ ਪੁਰਖ ਨੂੰ ਮੁਖਾਤਬ ਕਰ ਰਹੇ ਨੇ, ਬਲਕਿ ਸ਼ੁਕਰ ਕਰ ਰਹੇ ਹਨ। ਇਹ ਅਕਾਲ ਪੁਰਖ ਤੇਰਾ ਲੱਖ ਲੱਖ ਸ਼ੁਕਰ ਹੈ, ਇਹ ਮੇਰੇ ਸਾਹਿਬਜ਼ਾਦੇ ਤੇਰੀ ਅਮਾਨਤ ਸੀ, ਮੇਰੇ ਪਾਸ ਸਹੀ ਸਲਾਮਤ ਤੇਰੇ ਪਾਸ ਪਹੁੰਚ ਗਈ ਹੈ। ਵੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਉਹ ਸਾਰ ਸੰਗਤ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਸਰਬੰਸ ਸੌਂਪ ਕੇ ਵੀ ਕਹਿ ਰਹੇ ਨੇ, ਹੇ ਅਕਾਲ ਪੁਰਖ, ਇਹ ਤੇਰੀ ਅਮਾਨਤ ਸੀ ਜੋ ਸਹੀ ਸਲਾਮਤ ਤੇਰੇ ਪਾਸ ਪਹੁੰਚ ਗਈ ਹੈ। ਕਿਆ ਲਾਗੈ ਮੇਰਾ ਜੀ, ਕਿਆ ਲਾਗੈ ਮੇਰਾ ਜੀ, ਕਿਆ ਲਾਗੈ ਮੇਰਾ ਜੀ, ਕਿਆ ਲਾਗੈ ਮੇਰਾ ਜੀ। ਕਿਆ ਲਾਗੈ ਮੇਰਾ, ਕਿਆ ਲਾਗੈ ਮੇਰਾ ਜੀ, ਕਿਆ ਲਾਗੈ ਮੇਰਾ ਜੀ।
ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ। ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ। क्या लागे मेरा जी, क्या लागे मेरा जी, क्या लागे मेरा जी। तेरा तुझको सामने, तेरा तुझको सामने, तेरा तुझको सामने, तेरा तुझको ਸਾਰ ਸੰਗਤ ਇਤਿਆਦਿਕ ਤੇ 9 ਕਿਸਮ ਦੀ ਭਗਤੀ ਆਪਣੇ ਆਪ ਜੀ ਦੇ ਹਿਰਦੇ ਅੰਦਰ ਕੁੱਟ ਕੇ ਭਰੀ ਪਈ ਸੀ। ਫਿਰ ਕਿਹੜਾ ਉਹਨਾਂ ਜੈਸਾ ਸੰਸਾਰ ਦੇ ਭਗਤ ਹੋ ਸਕਦਾ ਹੈ। ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ। ਐ ਮਾਤਾ, ਜੇ ਆਪਣੀ ਕੁੱਖ ਸਫਲੀ ਕਰਨੀ ਹੈ, ਤੇਰੀ ਕੁੱਖੋਂ ਕਿਸੇ ਦਾਨੀ ਕਿਸੇ ਦਾਤੇ ਦਾ ਜਨਮ ਹੋਵੇ। ਸਾਰ ਸੰਗਤ ਸੰਸਾਰ ਤੇ ਸਤਿਗੁਰੂ ਜੀ ਜੈਸਾ ਦਾਨੀ ਵੀ ਕੋਈ ਨਹੀਂ ਹੋ ਸਕਦਾ। ਕੋਈ ਸੋਨੇ ਚਾਂਦੀ ਦਾ ਦਾਨੀ ਹੋਵੇਗਾ, ਕੋਈ ਹੀਰੇ ਲਾਲ ਜਵਾਹਰਾਤਾਂ ਦਾ ਦਾਨੀ ਹੋਵੇਗਾ, ਕੋਈ ਜ਼ਮੀਨ ਜਾਇਦਾਦ ਦਾ ਦਾਨੀ ਹੋਵੇਗਾ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਸਰਬੰਸ ਦਾਨੀ ਹੋਏ, ਜਿਨ੍ਹਾਂ ਨੇ ਆਪਣੇ ਪਿਤਾ ਵਾਰ ਦਿੱਤੇ, ਮਾਤਾ ਗੁਜਰੀ ਜੀ, 5 ਭੂਆ ਦੇ ਪੁੱਤਰ ਜਿਹੜੇ ਭਰਾਵਾਂ ਦੇ ਥਾਂ ਲੱਗਦੇ ਸਨ, 4 ਸਾਹਿਬਜ਼ਾਦੇ, ਸਭ ਕੁਝ ਦੇਸ਼ ਕੌਮ ਵਾਸਤੇ ਦਾਨ ਕਰ ਦਿੱਤੇ। ਔਰ ਇੱਕ ਹੋਰ ਮਹਾਨ ਵੱਡੀ ਦਾਤ ਬਖਸ਼ੀ ਅੰਮ੍ਰਿਤ ਦੀ। ਉਹ ਸਾਰ ਸੰਗ ਜਿੱਥੇ ਆਪ ਸਰਬੰਸ ਦਾਨੀ ਹੋਏ, ਨਾਲ ਅੰਮ੍ਰਿਤ ਦੇ ਦਾਤਾ ਵੀ ਹੋਏ। ਉਹ ਮਹਾਨ ਪਵਿੱਤਰ ਦਾਤ ਜਿਸ ਨੂੰ ਸੁਰ ਨਰ ਮਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਜਿਸ ਨੂੰ ਦੇਵਤੇ ਵੀ ਤਰਸਦੇ। ਸਾਰ ਸੰਗਤ ਅੰਮ੍ਰਿਤ ਵਿੱਚ ਭੇਦ ਮੰਨਿਆ ਗਿਆ ਹੈ। ਕਿਸੇ ਨੇ ਕਿਹਾ ਵੀ ਅੰਮ੍ਰਿਤ ਚੰਦਰਮਾ ਦੀਆਂ ਰਿਸ਼ਮਾਂ ਵਿੱਚ ਹੈ, ਕੋਈ ਕਹਿੰਦਾ ਅੰਮ੍ਰਿਤ ਖੀਰ ਸਮੁੰਦਰ ਵਿੱਚ ਹੈ। ਵਿਕਾਰੀ ਪੁਰਸ਼ਾਂ ਨੇ ਅੰਮ੍ਰਿਤ ਕਿਤੇ ਹੋਰ ਮੰਨੇ ਹੈ। ਜਿੱਥੇ ਵਿਕਾਰੀ ਪੁਰਸ਼ ਅੰਮ੍ਰਿਤ ਮੰਨਦੇ ਹਨ, ਅੰਮ੍ਰਿਤ ਉੱਥੇ ਹੋਵੇ ਫਿਰ ਕਿਉਂ ਮਰਨ? ਜੇਕਰ ਅੰਮ੍ਰਿਤ ਚੰਦਰਮਾ ਦੀਆਂ ਰਿਸ਼ਮਾਂ ਵਿੱਚ ਹੋਵੇ, ਚੰਦਰਮਾ ਤੇ ਆਪ ਕਲੰਗਤ ਹੈ, ਕਿਉਂ ਘਟਦਾ ਵੱਧਦਾ ਰਹੇ? ਜੇ ਅੰਮ੍ਰਿਤ ਹੋਵੇ ਖੀਰ ਸਮੁੰਦਰ ਦੇ ਵਿੱਚ, ਉਹ ਸਾਰ ਸੰਗਤ ਸਮੁੰਦਰ ਦਾ ਪਾਣੀ ਤੇ ਆਪ ਖਾਰਾ ਹੈ, ਉਹਦਾ ਖਾਰਾਪਣ ਦੂਰ ਕਰ ਦੇਵੇ। ਔਰ ਕਈਆਂ ਨੇ ਕਿਹਾ ਅੰਮ੍ਰਿਤ ਦੇਵ ਲੋਕ ਵਿੱਚ ਹੈ, ਪਰ ਸਤਿਗੁਰੂ ਨੇ ਜਿਹੜਾ ਅੰਮ੍ਰਿਤ ਆਪਣੇ ਖਾਲਸੇ ਨੂੰ, ਆਪਣੇ ਗੁਰਸਿੱਖਾਂ ਨੂੰ ਬਖਸ਼ਿਆ, ਨਾ ਤੇ ਉਹ ਵਿਕਾਰੀਆਂ ਵਾਲਾ ਅੰਮ੍ਰਿਤ ਹੈ, ਨਾ ਚੰਦਰਮਾ ਦੀਆਂ ਰੇਸ਼ਮਾਂ ਵਾਲਾ ਹੈ, ਔਰ ਨਾ ਹੈ ਖੀਰ ਸਮੁੰਦਰ ਵਾਲਾ, ਔਰ ਨਾ ਹੀ ਦੇਵਲੋਕ ਵਾਲਾ। ਜੇਕਰ ਉਹ ਅੰਮ੍ਰਿਤ ਦੇਵਲੋਕ ਵਾਲਾ ਹੁੰਦਾ, ਸਾਰ ਸੰਗ ਜਿਹੜੀ ਚੀਜ਼ ਆਪਾਂ ਨੂੰ ਪਹਿਲਾਂ ਹੀ ਪ੍ਰਾਪਤ ਹੋਵੇ, ਆਪਾਂ ਨੂੰ ਉਸ ਚੀਜ਼ ਨੂੰ ਤੇ ਆਪਾਂ ਨਹੀਂ ਤਰਸਦੇ। ਤਰਸਦੇ ਕਿਹੜੀ ਚੀਜ਼ ਨੂੰ ਆ? ਜਿਹੜੀ ਆਪਾਂ ਨੂੰ ਨਾ ਪ੍ਰਾਪਤ ਹੋਵੇ।
ਸਾਧ ਸੰਗਤ ਤੋਂ ਦੇਵਲੋਕ ਵਾਲਾ ਅੰਮ੍ਰਿਤ ਤੇ ਪਹਿਲਾਂ ਹੀ ਦੇਵਤਿਆਂ ਨੂੰ ਪ੍ਰਾਪਤ ਹੈ। ਪਰ ਜਿਹੜਾ ਅੰਮ੍ਰਿਤ ਤਰੁੱਟ ਕੇ ਗੁਰੂ ਆਪਣੇ ਸਿੱਖ ਨੂੰ ਬਖਸ਼ਦਾ ਹੈ, ਉਸ ਅੰਮ੍ਰਿਤ ਨੂੰ ਤੇ ਦੇਵਤੇ ਤਰਸਦੇ ਹਨ। ਇਸ ਕਰਕੇ ਉਹ ਅੰਮ੍ਰਿਤ ਕੋਈ ਹੋਰ ਹੈ, ਜਿਹੜਾ ਗੁਰੂ ਉਦੋਂ ਬਖਸ਼ਦਾ ਹੈ ਜਦੋਂ ਸਿੱਖ ਦੇ ਉੱਪਰ ਗੁਰੂ ਦੀ ਅਤਿਅੰਤ ਕਿਰਪਾ ਹੋਵੇ। ਕਹੈ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਉਹ ਸਤਿਗੁਰੂ ਜੀ ਅੰਮ੍ਰਿਤ ਦੇ ਦਾਤਾ ਵੀ ਹੋਏ, ਆਪਣੇ ਖਾਲਸੇ ਨੂੰ ਇਹ ਮਹਾਨ ਦਾਤ ਵੀ ਬਖਸ਼ੀ। ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰ ਤੇ ਪਾਇਆ ਉਹ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ। ਹਰ ਸੱਤੇ ਦਾਤ ਰਖਾਇਆ ਅਬ ਸੰਗਤ ਮੇਲਾ ਆਨੰਦ ਨਿਰਭਉ ਨਿਰਮਲਾ। ਨਾਨਕ ਨਿਰਭਉ ਨਿਰੰਗਾ ਜਿਸਨਾ ਸੇਵਾ ਗੁਰੂ ਸਿਮਰਨ ਮਨਾਈ ਮਾਨਵਾ। ਠੰਡੇ ਕੀ ਸੇਵਾ
ਸਾਰ ਸੰਗਤਿ ਆਪ ਜੈਸਾ ਦਾਤਾ ਵੀ ਸੰਸਾਰ ਤੇ ਕੋਈ ਨਹੀਂ ਹੋਇਆ, ਜਿਨ੍ਹਾਂ ਨੇ ਆਪਣੀ ਅੰਮ੍ਰਿਤ ਨੂੰ ਅੰਮ੍ਰਿਤ ਦੀ ਇਤਨੀ ਵੱਡੀ ਇਤਨੀ ਮਹਾਨ ਦਾਤ ਬਖਸ਼ੀ ਹੋਵੇ। ਫਿਰ ਸੂਰਵੀਰ ਆਪ ਜੈਸਾ ਕੌਣ ਹੋ ਸਕਦਾ ਹੈ। ਸੰਸਾਰ ਤੇ ਅਨੇਕਾਂ ਜੰਗ ਯੁੱਧ ਹੋਏ, ਜਰ ਜੋਰੂ ਜਾਂ ਜ਼ਮੀਨ ਵਾਸਤੇ। ਰਾਜੇ ਮਹਾਰਾਜੇ ਲੜਦੇ ਰਹੇ, ਕਿਸੇ ਅਬਲਾ ਨੂੰ ਹਥਿਆਉਣ ਲਈ, ਕਿਸੇ ਦਾ ਰਾਜ ਖੋਹਣ ਵਾਸਤੇ, ਕਿਸੇ ਦੇ ਇਲਾਕੇ ਉੱਪਰ ਕਬਜ਼ੇ ਵਾਸਤੇ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ 1 ਨਹੀਂ 2 ਨਹੀਂ 5 7 ਨਹੀਂ ਬਲਕਿ 14 ਜੰਗ ਕੀਤੇ, ਪਰ ਉਹਨਾਂ 14 ਵਿੱਚੋਂ ਇੱਕ ਵੀ ਆਪ ਨੇ ਜਰ ਜੋਰੂ ਜਾਂ ਜ਼ਮੀਨ ਵਾਸਤੇ ਜੰਗ ਨਹੀਂ ਕੀਤਾ। ਜੰਗ ਯੁੱਧ ਕੀਤੇ ਧਰਮ ਦੀ ਰੱਖਿਆ ਵਾਸਤੇ, ਜੰਗ ਯੁੱਧ ਕੀਤੇ ਗਰੀਬਾਂ ਮਜ਼ਲੂਮਾਂ ਦੀ ਰੱਖਿਆ ਲਈ। ਸੂਰਵੀਰ ਤੇ ਆਪਣੇ ਆਪ ਨੂੰ ਹੋਰ ਵੀ ਬਹੁਤ ਕਹਾਉਂਦੇ ਹਨ, ਪਰ ਸਤਿਗੁਰੂ ਜੀ ਜੈਸਾ ਸੂਰਵੀਰ ਕੌਣ ਹੋ ਸਕਦਾ ਹੈ, ਜਿਹੜਾ ਗਰੀਬਾਂ ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪਣਾ ਆਪਾ ਨਿਸ਼ਾਵਰ ਕਰਨ ਵਾਸਤੇ ਤਿਆਰ ਰਹੇ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ। ਭਗਤ ਕਬੀਰ ਜੀ ਸੂਰਵੀਰ ਦੀ ਪਰਿਭਾਸ਼ਾ ਦੇ ਰਹੇ। ਹਰ ਕੋਈ ਆਪਣੇ ਆਪ ਨੂੰ ਯੋਧਾ ਕਹਾਉਂਦਾ ਹੈ, ਪਰ ਕੌਣ ਹੈ ਸੂਰਵੀਰ, ਕੌਣ ਹੈ ਸੂਰਾ? ਪੁਰਜਾ ਪੁਰਜਾ ਕੱਟ ਮਰੈ ਕਬਹੁ ਨਾ ਛਾਡੈ ਖੇਤ। ਜੋ ਲਰੇ ਦੀਨ ਕੇ ਹੇਤ ਸੋਈ ਸੂਰਾ, ਸੋਈ ਸੂਰਾ। ਲਰੇ ਦੀਨ ਕੇ ਹੇਤ ਸੋਈ ਸੂਰਾ, ਸੋਈ ਸੂਰਾ। ਦੀਨ ਕੇ ਹੇਤ ਸੋਈ ਸੂਰਾ, ਸੋਈ ਸੂਰਾ। ਲਰੇ ਦੀਨ ਕੇ ਹੇਤ ਸੋਈ ਸੂਰਾ, ਸੋਈ ਸੂਰਾ। पूरा सो पहचानिए, पूरा सो पहचानिए, पूरा सो पहचानिए। पूरा सो पहचानिए, पूरा सो पहचानिए, पूरा सो पहचानिए।
ਕੋਈ ਸੂਰਾ ਸਾਧ ਸੰਗਤ ਉਹ ਵੀ ਸੂਰਬੀਰ ਹੈ ਜਿਹਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਲੱਗ ਗਿਆ ਹੈ। ਜਾ ਕੋ ਹਰ ਰੰਗ ਲਾਗੋ ਇਸ ਯੁਗ में ਸੋ ਕਹੀਅਤ ਹੈ ਸੂਰਾ। ਜਿਹਨੇ ਆਪਣੇ ਮਨ ਪਰ ਫਤਿਹ ਹਾਸਲ ਕਰ ਲਈ ਹੈ ਉਹ ਵੀ ਸੂਰਬੀਰ ਹੈ। ਮਨ ਜੀਤਾ ਹੈ ਜਗ ਜੀਤ। ਔਰ ਜਿਹਨੇ ਵਿਕਾਰਾਂ ਪਰ ਫਤਿਹ ਹਾਸਲ ਕਰ ਲਈ ਹੈ ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੇਰੇ ਉਹ ਵੀ ਸੂਰਬੀਰ ਹੈ। ਔਰ ਜਿਹਨੇ ਦੁਸ਼ਟ ਹੰਕਾਰ ਪਰ ਫਤਿਹ ਹਾਸਲ ਕਰ ਲਈ ਹੈ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਇਹਨਾਂ ਸਾਰਿਆਂ ਨੁਕਤਿਆਂ ਤੋਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਨ ਸੂਰਬੀਰ ਸਨ। ਉਹਨਾਂ ਜੈਸਾ ਸੰਸਾਰ ਤੇ ਸੂਰਬੀਰ ਵੀ ਕੋਈ ਨਹੀਂ ਹੋ ਸਕਦਾ। ਉਹ ਸਾਰ ਸੰਗਤ ਕਿਸੇ ਵਿੱਚ ਇੱਕ ਸਿਫਤ ਹੋਵੇਗੀ, ਕਿਸੇ ਵਿੱਚ ਦੋ ਸਿਫਤਾਂ ਹੋਣਗੀਆਂ, ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਵਿੱਚ ਸਾਰੀਆਂ ਹੀ ਸਿਫਤਾਂ ਸਨ। ਮਹਾਨ ਭਗਤ ਵੀ ਸਨ, ਮਹਾਨ ਦਾਨੀ ਵੀ ਸਨ ਔਰ ਮਹਾਨ ਸੂਰਬੀਰ ਵੀ ਸਨ। ਸਾਰ ਸੰਗਤ ਸਿਰਫ 9 ਸਾਲ ਦੀ ਆਯੂ ਸੀ ਜਦੋਂ ਆਪ ਦੇ ਗੁਰੂ ਪਿਤਾ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪ ਦੀ ਪਰਖ ਕੀਤੀ। ਦੇਹਰਾ ਲਿਖ ਕੇ ਭੇਜਿਆ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ। ਕਹੋ ਨਾਨਕ ਅਬ ਹੋਟ ਹਰ ਗਜ ਜਿਉ ਹੋ ਸਹਾਏ। ਪਰ 9 ਸਾਲ ਦੀ ਆਯੂ ਦੇ ਵਿੱਚ ਗੋਬਿੰਦ ਰਾਏ ਜੀ ਨੇ, ਕਿਉਂਕਿ ਆਪ ਦਾ ਪਹਿਲਾ ਨਾਮ ਗੋਬਿੰਦ ਰਾਏ ਸੀ, ਗੋਬਿੰਦ ਸਿੰਘ ਤੇ ਉਦੋਂ ਸਜੇ ਜਦੋਂ 1756 ਬਿਕਰਮੀ ਦੀ ਵਿਸਾਖੀ ਵਾਲੇ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਪਹਿਲਾਂ 5 ਪਿਆਰਿਆਂ ਨੂੰ ਛਕਾਇਆ, ਉਹਨਾਂ ਦੇ ਨਾਂ ਬਦਲੇ ਭਾਈ ਦਇਆ ਰਾਮ ਤੋਂ ਦਇਆ ਸਿੰਘ ਰੱਖਿਆ, ਧਰਮਚੰਦ ਦਾ ਨਾਂ ਧਰਮ ਸਿੰਘ ਰੱਖਿਆ। ਇਉਂ ਸਭਨਾਂ ਦੇ ਨਾਂ ਪਿੱਛੇ ਸਿੰਘ ਲਾਏ। ਉਹਨਾਂ ਨੂੰ ਅੰਮ੍ਰਿਤ ਛਕ ਕੇ ਫਿਰ ਆਪ ਗਲ ਵਿੱਚ ਪੱਲਾ ਪਾ ਕੇ ਅੰਮ੍ਰਿਤ ਦੀ ਯਾਚਨਾ ਕੀਤੀ, ਖਾਲਸਾ ਜੀ ਹੁਣ ਮੈਨੂੰ ਵੀ ਅੰਮ੍ਰਿਤ ਛਕਾ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਾਓ। ਫਿਰ 5 ਪਿਆਰਿਆਂ ਨੇ ਸਤਿਗੁਰੂ ਜੀ ਦਾ ਵਚਨ ਮੰਨਿਆ, ਉਹਨਾਂ ਨੂੰ ਵੀ ਅੰਮ੍ਰਿਤ ਛਕਾ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਾਇਆ। ਪਹਿਲਾ ਨਾਂ ਆਪ ਦਾ ਗੋਬਿੰਦ ਰਾਏ ਹੀ ਸੀ। ਆਪਣੇ ਆਪ ਨੂੰ ਦਾਸ ਕਰਕੇ ਲਿਖਦੇ, ਸਗਲ ਦੁਆਰ ਕਉ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਏ ਕਿ ਲਾ ਜਸ ਗੋਬਿੰਦ ਦਾਸ ਤੁਹਾਰ। ਉਹ ਸਾਰ ਸੰਗਤ ਧਿਆਨ ਦਿਓ, ਸਿਰਫ 9 ਸਾਲ ਦੀ ਆਯੂ ਸੀ ਜਦੋਂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਦੀ ਪਰਖ ਕੀਤੀ। ਆਪ ਨੇ ਆਪਣੇ ਗੁਰੂ ਪਿਤਾ ਨੂੰ ਦੁਨਿਆਵੀ ਪਿਤਾ ਨਹੀਂ ਜਾਣਿਆ, ਉਹਨਾਂ ਨੂੰ ਪਰਮੇਸ਼ਰ ਦੇ ਸਰਗੁਣ ਸਰੂਪ ਜਾਣ ਕੇ ਸੱਚੇ ਪਾਤਸ਼ਾਹ ਆਪ ਸਮਰੱਥ ਹੋ, ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰਾ ਹਾਥ ਮੈਂ ਤੁਮ ਹੀ ਹੋਤ ਸਹਾਏ। ਸਾਧ ਸੰਗਤ, ਗੁਰੂ ਘਰ ਦੇ ਵਿੱਚ ਉਮਰ ਦਾ ਦਰਅਸਲ ਕੋਈ ਤਕਾਜ਼ਾ ਹੈ ਹੀ ਨਹੀਂ। ਉਹ ਹੀ ਮਹਾਨ ਪਵਿੱਤਰ ਜੋਤ ਜਿਹੜੀ ਕਿਸੇ ਵਕਤ ਤਕਰੀਬਨ 105.5 ਵਰਸ ਦੀ ਆਯੂ ਸੀ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੀ, ਜਦੋਂ ਆਪ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ ਕੇ ਸ੍ਰੀ ਗੋਇੰਦਵਾਲ ਸਾਹਿਬ ਜੋਤੀ ਜੋਤ ਸਮਾਏ। ਹੁਣ ਧਿਆਨ ਦਿਓ, ਪੂਰੇ 100 ਵਰਸ ਦਾ ਫਰਕ ਹੈ। ਸਿਰਫ 5.5 ਸਾਲ ਦੀ ਆਯੂ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਉੱਪਰ ਸੁਸ਼ੋਭਿਤ ਹੋਏ। ਇੱਥੇ ਵੱਡੇ ਛੋਟੇ ਦਾ ਜਾਂ ਉਮਰ ਦਾ ਕੋਈ ਤਕਾਜ਼ਾ ਨਹੀਂ। ਗੁਰੂ ਜੋਤ ਹੈ, ਕੋਈ ਸਰੀਰ ਨਹੀਂ। ਉਮਰਾਂ ਤੇ ਸਰੀਰ ਦੀਆਂ ਹੋਇਆ ਕਰਦੀਆਂ ਹਨ। ਸਾਰ ਸੰਗਤ ਜੋਰ ਤੇ ਹਰ ਵਕਤ ਪ੍ਰਕਾਸ਼ਮਾਨ ਹੋਇਆ ਕਰਦੀ ਹੈ। ਇਹ ਗੁਰੂ ਜੋਤ ਅਗਿਆਨਤਾ ਦਾ ਹਨੇਰਾ ਦੂਰ ਕਰਦੀ ਹੈ, ਗਿਆਨ ਦੀ ਰੋਸ਼ਨੀ ਬਖਸ਼ਦੀ ਹੈ। ਉਹ ਸਾਰ ਸੰਗਤ ਅੱਜ ਸਿਰਫ 9 ਸਾਲ ਦੀ ਆਯੂ ਹੈ। ਇਹਦੇ ਵਿੱਚ ਵੀ ਭੇਦ ਹੈ।
9 ਸਾਲ ਦੀ ਆਯੂ ਸੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਜਦੋਂ ਆਪ ਨੂੰ ਹਰਦਿਆਲ ਪੰਡਤ ਜਨੇਊ ਪਾਉਣ ਲੱਗਿਆ, ਪਰ ਆਪ ਨੇ ਇਨਕਾਰ ਕਰ ਦਿੱਤਾ, ਪੰਡਤ ਜੀ ਇਹ ਸੂਤ ਦਾ ਜਨੇਊ ਅਸੀਂ ਨਹੀਂ ਪਾਉਣਾ। ਜੇਕਰ ਸਾਨੂੰ ਜਨੇਊ ਪਾਉਣਾ ਹੈ ਫਿਰ ਐਸਾ ਜਨੇਊ ਪਾਓ ਜਿਹੜਾ ਦਇਆ ਦੀ ਕਪਾਹ ਤੋਂ ਤਿਆਰ ਹੋਇਆ ਹੋਵੇ, ਜਿਹੜਾ ਸੰਤੋਖ ਦੇ ਸੂਰ ਤੋਂ ਬਣਿਆ ਹੋਵੇ, ਜਿਸ ਨੂੰ ਜੱਤ ਦੀਆਂ ਗੰਢਾਂ ਦਿੱਤੀਆਂ ਹੋਣ, ਜਿਹਨੂੰ ਸੱਤ ਦਾ ਵੱਟ ਚਾੜਿਆ ਹੋਵੇ। ਜੇ ਤਾਂ ਤੇਰੇ ਪਾਸ ਐਸਾ ਜਨੇਊ ਹੈ ਫਿਰ ਸਾਨੂੰ ਪਾ ਦੇ, ਨਹੀਂ ਸਾਨੂੰ ਇਸ ਜਨੇਊ ਦੀ ਜ਼ਰੂਰਤ ਨਹੀਂ। ਇਹ ਮੈਲਾ ਵੀ ਹੋ ਜਾਏਗਾ, ਬੋਧਾ ਹੋ ਕੇ ਟੁੱਟ ਵੀ ਜਾਏਗਾ, ਪਰ ਜੇ ਸਾਨੂੰ ਦਇਆ ਦੀ ਸੰਤੋਖ ਦਾ, ਦਇਆ ਦੀ ਕਪਾਹ ਔਰ ਸੰਤੋਖ ਦੇ ਸੂਤ ਦਾ ਜਨੇਊ ਪਾਵੇਂਗਾ, ਨਾ ਇਹ ਟੁੱਟੇਗਾ, ਨਾ ਇਹਨੂੰ ਮੈਲ ਲੱਗੇਗੀ, ਨਾ ਸੜੇਗਾ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹੋ ਜਨੇਊ ਜੀਵ ਕਾ ਹੈ ਹੀ ਤਾਂ ਪਾਂਡੇ ਘੱਤ। ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ। ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੈ ਪਾਏ। ਫਿਰ ਸਾਰ ਸੰਗਤ ਬੜੀ ਆਸ਼ਚਰਜ ਗੱਲ ਹੈ, 9 ਸਾਲ ਦੀ ਆਯੂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜਨੇਊ ਪਾਉਣ ਤੋਂ ਇਨਕਾਰ ਕਰ ਰਹੇ ਹਨ। ਅੱਜ 9 ਸਾਲ ਦੀ ਆਯੂ ਹੈ ਗੁਰੂ ਦਸ਼ਮੇਸ਼ ਪਿਤਾ ਦੀ, ਜਦੋਂ ਆਪਣੇ ਗੁਰੂ ਪਿਤਾ ਨੂੰ ਬੇਨਤੀ ਕਰ ਰਹੇ ਹਨ, ਸੱਚੇ ਪਾਤਸ਼ਾਹ ਇਹਨਾਂ ਗਰੀਬਾਂ ਦੀ, ਇਹਨਾਂ ਮਜ਼ਲੂਮਾਂ ਦੀ ਰੱਖਿਆ ਕਰੋ, ਇਹਨਾਂ ਦੇ ਤਿਲਕ ਜੰਜੂ ਨੂੰ ਖਤਰਾ ਹੈ, ਇਹਨਾਂ ਦੇ ਤਿਲਕ ਜੰਜੂ ਦੀ ਰਾਖੀ ਵਾਸਤੇ ਆਪਣੇ ਪਵਿੱਤਰ ਸਰੀਰ ਦਾ ਬਲੀਦਾਨ ਦਿਓ। ਸੋਚਣ ਵਾਲੀ ਗੱਲ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ 9 ਸਾਲ ਦੀ ਆਯੂ ਤੋਂ ਜਨੇਊ ਪਾਉਣ ਤੋਂ ਇਨਕਾਰ ਕਰ ਰਹੇ ਹਨ, ਔਰ ਗੁਰੂ ਕਲਗੀਧਰ ਪਿਤਾ 9 ਸਾਲ ਦੀ ਆਯੂ ਦੇ ਵਿੱਚ ਆਪਣੇ ਗੁਰੂ ਪਿਤਾ ਨੂੰ ਬੇਨਤੀ ਕਰ ਰਹੇ ਹਨ, ਸੱਚੇ ਪਾਤਸ਼ਾਹ ਇਹਨਾਂ ਦੇ ਜਨੇਊ ਦੀ ਰੱਖਿਆ ਕਰੋ। ਫਿਰ ਕਿਹੜੀ ਭੇਦ ਵਾਲੀ ਗੱਲ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਜਨੇਊ ਪਾ ਕਿਉਂ ਨਹੀਂ ਰਹੇ, ਔਰ ਸਾਹਿਬ ਗੁਰੂ ਕਲਗੀਧਰ ਪਿਤਾ ਜਨੇਊ ਉਤਰਨ ਕਿਉਂ ਨਹੀਂ ਦੇ ਰਹੇ? ਸਾਰ ਸੰਗਤ ਗੱਲ ਹੈ ਦਰਅਸਲ ਜ਼ਬਰਦਸਤੀ ਦੀ, ਗੱਲ ਹੈ ਜ਼ੋਰ ਦੀ। ਜ਼ੋਰ ਜ਼ਬਰਦਸਤੀ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨੇਊ ਪਾਇਆ ਜਾ ਰਿਹਾ ਸੀ। ਗੁਰੂ ਬਾਬਾ ਜੀ ਪਾਉਣਾ ਨਹੀਂ ਸਨ ਚਾਹੁੰਦੇ, ਔਰ ਹਿੰਦੂਆਂ ਦੇ ਜਨੇਊ ਜ਼ਬਰਦਸਤੀ ਬਾਦਸ਼ਾਹ ਔਰੰਗਜ਼ੇਬ ਲਾ ਰਿਹਾ ਸੀ। ਸਤਿਗੁਰੂ ਜੀ ਨੂੰ ਇਹ ਵੀ ਪ੍ਰਵਾਨ ਨਹੀਂ ਕਿ ਜਿਹੜੇ ਆਪਣੇ ਧਰਮ ਦੇ ਅਸੂਲਾਂ ਪਰ ਦ੍ਰਿੜ ਰਹਿਣਾ ਚਾਹੁੰਦੇ ਹਨ, ਕੋਈ ਕਿਉਂ ਕਿਸੇ ਦੇ ਧਰਮ ਦੀ ਅਵੱਗਿਆ ਕਰੇ, ਕਿਉਂ ਕਿਸੇ ਦੇ ਧਰਮ ਦਾ ਤਿਰਸਕਾਰ ਕੀਤਾ ਜਾਵੇ। ਉਹ ਸਾਰ ਸੰਗਤ ਭਾਵੇਂ ਆਜੂ ਸੀ ਬਹੁਤ ਛੋਟੀ, ਪਰ ਇਰਾਦਾ ਔਰ ਸ਼ਖਸੀਅਤ ਬਹੁਤ ਵੱਡੀ ਸੀ। ਸੋ ਅੱਜ ਦੇ ਦਿਨ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਗੁਰਤਾ ਗੱਦੀ ਉੱਪਰ ਸੁਸ਼ੋਭਿਤ ਹੋਏ। ਉਹ ਸਾਰ ਸੰਗਤ ਉਸ ਵਕਤ ਚਾਰੇ ਪਾਸੇ ਕੀ ਸੀ? ਇੱਕ ਪਾਸੇ ਹਿੰਦੁਸਤਾਨ ਦੀ ਹਕੂਮਤ ਤੋਂ ਅਸਲੀ ਬੜਾ ਜ਼ਾਲਮ ਬਾਦਸ਼ਾਹ ਔਰੰਗਜ਼ੇਬ, ਦੂਸਰੇ ਪਾਸੇ ਪਹਾੜੀਏ ਰਾਜੇ, ਉਹਨਾਂ ਦੇ ਆਪਣੇ ਸਿੱਖ ਮਸੰਦ, ਉਹਨਾਂ ਵਿੱਚ ਵੀ ਇਤਨੀ ਗਿਰਾਵਟ ਆ ਚੁੱਕੀ ਸੀ, ਸੰਗਤਾਂ ਦੀਆਂ ਕਾਰਪੇਟ ਹਾਵਨ ਆਪਣੇ ਨਿੱਜੀ ਮਨੋਰਥਾਂ ਵਾਸਤੇ ਵਰਤਦੇ। ਉਹਨਾਂ ਦਾ ਆਚਾਰ ਵਿਹਾਰ ਆਹਾਰ ਸਾਰ ਸੰਗਤ ਤਿੰਨੇ ਗੱਲਾਂ ਅਸ਼ੁੱਧ ਹੋ ਚੁੱਕੀਆਂ ਸਨ। ਪਰ ਧੰਨ ਗੁਰੂ ਕਲਗੀਧਰ ਪਿਤਾ ਜਿਨ੍ਹਾਂ ਨੇ ਇਹੋ ਜਿਹੇ ਸਮੇਂ ਵੀ ਸਿੱਖ ਜਗਤ ਦੀ, ਆਪਣੇ ਪੈਰੋਕਾਰਾਂ ਦੀ, ਗੁਰਸਿੱਖਾਂ ਦੀ, ਆਪਣੀ ਉਮਤ ਦੀ ਐਸੀ ਅਗਵਾਈ ਕੀਤੀ, ਫਿਰ ਆਪਣੀ ਛੋਟੀ ਜਿਹੀ ਆਯੂ ਦੇ ਵਿੱਚ ਸਾਰ ਸੰਗਤ ਉਹ ਕੁਝ ਸੰਸਾਰ ਨੂੰ ਕਰਕੇ ਦਿਖਾ ਦਿੱਤਾ ਜਿਹੜਾ ਹਜ਼ਾਰਾਂ ਸਾਲਾਂ ਵਿੱਚ ਵੀ ਨਹੀਂ ਕੀਤਾ ਜਾ ਸਕਦਾ। ਉਹ ਤਾਂ ਤੇ ਆਪਣੇ ਆਪਣੇ ਗੁਰੂ ਪੀਰਾਂ ਦੀ ਹਰ ਕੋਈ ਤਾਰੀਫ ਕਰਦਾ, ਹਰ ਕੋਈ ਉਹਨਾਂ ਦਾ ਜਸ ਕਰਦਾ, ਆਪਣਾ ਵੀ ਕਰਨਾ ਬਣਦਾ ਹੈ। ਪਰ ਸਾਰ ਸੰਗਤ ਪਤਾ ਉਦੋਂ ਲੱਗਦਾ ਹੈ ਜਦੋਂ ਬੇਗਾਨੇ ਵੀ ਜਸ ਕਰਦੇ ਹਨ। ਹਾਲਾਂਕਿ ਗੁਰੂ ਵਾਸਤੇ ਕੋਈ ਬੇਗਾਨਾ ਨਹੀਂ, ਪਰ ਜਿਨ੍ਹਾਂ ਨੂੰ ਆਪਾਂ ਬੇਸਮਝ ਬੇਗਾਨੇ ਸਮਝਦੇ ਹਾਂ। ਸਾਰ ਸੰਗਤ ਇੱਕ ਮੁਸਲਮਾਨ ਮਹਾਨ ਆਤਮਾ ਹੋਈ ਹੈ, ਸਾਈਂ ਬੁੱਲੇ ਸ਼ਾਹ ਸੂਫੀ ਫਕੀਰ ਹੋਏ ਹਨ। ਉਹ ਕੀ ਕਹਿ ਰਹੇ ਨੇ? ਨਾ ਕਹੂੰ ਜਬ ਕੀ, ਨਾ ਕਹੂੰ ਤਬ ਕੀ, ਬਾਤ ਕਹੂੰ ਮੈਂ ਅਬ ਕੀ। ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨਤ ਹੋਤੀ ਸਭ ਕੀ। ਜੇਕਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੰਸਾਰ ਤੇ ਅਵਤਾਰ ਨਾ ਹੁੰਦਾ,
ਕਿਸੇ ਪਾਸੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਨਹੀਂ ਸਨ ਗੂੰਜਣੇ, ਕਿਸੇ ਮੰਦਰ ਦੇ ਵਿੱਚੋਂ ਸ਼ੰਖਾਂ ਘੜਿਆਲਾਂ ਦੀ ਆਵਾਜ਼ ਨਹੀਂ ਸੀ ਆਉਣੀ। ਚਾਰੇ ਪਾਸੇ ਅੱਲਾਹੂ ਦਾ ਆਵਾਜ਼ਾ ਹੋਣਾ ਸੀ। ਕੋਈ ਮੰਦਰ ਨਹੀਂ ਸੀ ਦਿਸਣਾ, ਗੁਰਦੁਆਰਿਆਂ ਦੇ ਨਿਸ਼ਾਨ ਨਾ ਝੁਲਦੇ, ਚਾਰੇ ਪਾਸੇ ਮਸਜਿਦਾਂ ਹੀ ਮਸਜਿਦਾਂ ਹੁੰਦੀਆਂ। ਛਾਏ ਜਾਤੀ ਏਕਤਾ ਅਨੇਕਤਾ ਪਿਲਾਏ ਜਾਤੀ, ਕਵੀ ਚੂੜਾਮਣੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵੀ ਕਹਿ ਰਹੇ ਹਨ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ। पाप ही परपक जाते धर्म तसक जाते, वर्ण गरक जाते साहित्य विधान की। देवी देव देहोरे संतोख सिंगा दूर होते, रीत मिट जाती कथा वेदन पुराण की। श्री गुरु गोबिंद सिंह पावन परम सूर, मूर्त न होती जाओ पै करना निधान की। ਵੱਡੇ ਵੱਡੇ ਇਤਿਹਾਸਕਾਰ ਜਿਨ੍ਹਾਂ ਦੇ ਪਾਸੋਂ ਅੰਗਰੇਜ਼ਾਂ ਨੇ ਸਿੱਖਾਂ ਦਾ ਇਤਿਹਾਸ ਲਿਖਵਾਇਆ, ਸਿੱਖਾਂ ਦੀ ਸੰਸਕ੍ਰਿਤੀ ਸਿੱਖਾਂ ਦਾ ਸੱਭਿਆਚਾਰ ਜਾਣਨ ਵਾਸਤੇ, ਪਰ ਜਦੋਂ ਉਹਨਾਂ ਨੇ ਸਾਡੇ ਸਤਿਗੁਰੂ ਸਾਹਿਬਾਨ ਦਾ ਪਵਿੱਤਰ ਇਤਿਹਾਸ ਪੜ੍ਹਿਆ, ਇਤਨੇ ਪ੍ਰਭਾਵਿਤ ਹੋਏ। ਮੈਕਾਲਬ ਜੈਸਿਆਂ ਨੇ ਕਹਿ ਦਿੱਤਾ, ਆਕਾਸ਼ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਯੂਰਪ ਵਿੱਚ ਹੁੰਦਾ। ਸਾਡੇ ਇੱਕ ਸ਼ਹੀਦ ਹੋਇਆ ਹਜ਼ਰਤ ਈਸਾ ਸਾਹਿਬ, ਅਸੀਂ ਅੱਧੀ ਦੁਨੀਆ ਈਸਾਈ ਬਣਾ ਦਿੱਤੀ। ਜੇਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਹਜ਼ਾਰਾਂ ਹੀ ਈਸਾ ਪੈਦਾ ਕਰ ਦਿੱਤੇ, ਯੂਰਪ ਦੇ ਵਿੱਚ ਉਹਨਾਂ ਦਾ ਅਵਤਾਰ ਹੁੰਦਾ, ਸਾਰੀ ਸ੍ਰਿਸ਼ਟੀ ਸਾਰੀ ਦੁਨੀਆ ਉੱਪਰ ਅਸੀਂ ਸਿੱਖੀ ਦਾ ਝੰਡਾ ਬੁਲੰਦ ਕਰ ਦਿੰਦੇ। ਉਹ ਸਾਰ ਸੰਗਤ ਜਿਸ ਕਿਸੇ ਨੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦਾ ਪਵਿੱਤਰ ਜੀਵਨ ਪੜ੍ਹਿਆ, ਉਹ ਪ੍ਰਭਾਵਿਤ ਹੋਣੋਂ ਰਹਿ ਨਹੀਂ ਸਕਿਆ। ਯੋਗੀ ਲਾਜਾਰ ਖਾਨ ਨੇ ਤੇ ਗੱਲ ਖਤਮ ਹੀ ਕਰ ਦਿੱਤੀ ਹੈ ਵੀ ਜੇ ਕੋਈ ਇਨਸਾਫ ਕਰੇ, ਆਪਣੇ ਆਪਣੇ ਰਹਿਬਰਾਂ ਦੀ ਤਾਰੀਫ ਤੇ ਹਰ ਕੋਈ ਕਰਦਾ ਹੀ ਹੈ। ਕੋਈ ਇਨਸਾਫ ਕਰੇ ਜਿਵੇਂ ਜ਼ਮਾਨਾ ਤੋਂ ਬਕੀ ਹੈ, फिर एक आवाज होके कहना पवेगा, कह दो गुरु गोबिंद का कोई सानी नहीं है। एक तेरे जैसा जी ना कोई होया ना कोई होवे, तेरे जैसा जी ना कोई होया ना कोई होवे, तेरे जैसा जी ना कोई होया ना कोई होवे, तेरे जैसा जी ਸੰਤਾਂ ਦਾ ਸਹਾਈ ਹੋਵੇ, ਪਿਆਰਿਆਂ ਦੀ ਢਾਲ ਦੀ। ਸਾਰੀ ਰਾਤ ਪਹਿਰਾ ਦੇਵੇ, ਆਪ ਚੌਂਕੀਦਾਰ ਹੋਵੇ, ਆਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਦੀ। ਆਓ ਸਾਰ ਸੰਗਤ, ਅੱਜ ਇਹ ਮਹਾਨ ਪਵਿੱਤਰ ਪੁਰਬ ਹੋਣ ਕਰਕੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਪਵਿੱਤਰ ਇਤਿਹਾਸ ਬਾਬਤ ਵਿਚਾਰ ਕੀਤੀ ਹੈ। ਹੁਣ ਸਮਾਂ ਕਿਉਂਕਿ ਅੱਗੇ ਇਜਾਜ਼ਤ ਨਹੀਂ ਦੇ ਰਿਹਾ, ਸਰਬੱਤ ਮਾਈ ਹੁਣ ਭਾਈ ਹੁਣ ਪਹਿਲਾਂ ਸ੍ਰੀ ਆਨੰਦ ਸਾਹਿਬ ਦਾ ਗਾਇਨ ਕਰੋ, ਉਪਰੰਤ ਸਭਨਾਂ ਨੇ ਗੁਰੂ ਸਤੋਤਰ ਵਿੱਚ ਬੋਲਣਾ, ਫਿਰ ਅਰਦਾਸ ਵਿੱਚ ਸਾਵਧਾਨ ਹੋਣਾ, ਫਿਰ ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਕੇ
ਪੂਰੀ ਸਮਾਪਤੀ ਹੋਣ ਤੋਂ ਉਪਰੰਤ ਪ੍ਰੇਮ ਨਾਲ ਆਪਣੇ ਘਰਾਂ ਨੂੰ ਚਾਲੇ ਪਾਉਣਾ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਅਵਧੋ ਤਾਗਾ ਹਰੀ ਕੇਰਾ ਅਨਜਨੀ ਵਸਾਇਆ। ਔਰ ਨਾਲ ਰਹੋ ਤੂੰ ਮਨ ਮੇਰੇ ਰੂਪ ਸਬਦ ਵਿਸਾਰਣਾ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਦਾ ਸਿਰਫ ਸਲਾਹ ਤੇਰੀ ਨਾਮ ਮਨ ਰਸਾਵੇ। ਸਾਦਾ ਨਾਮ ਮੇਰਾ ਆਧਾਰੋ ਸਾਧ ਨਾਮ ਆਧਾਰ ਮੇਰਾ ਸੁਖਾ ਸਭ ਗਵਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤੁਰੋ ਪਿਆਰੋ। ਪੰਜ ਦੂਤ ਸੁਨ ਅਸ ਕੀਤੇ ਆਲ ਪੰਡਿਤ ਮਾਰਿਆ। ਅਣ ਸੁਣੋ ਵਰਡ ਪਾਜਿਓ ਸਗਲ ਮੋਰ ਸੁਪੂਰੇ। ਅੰਤ ਸਾਧਨ ਪਏ ਸਰਦੇ ਪੂਰੇ ਪੁਰਦੇ ਜਾਣੇ। ਸ਼ਲੋਕ ਪਾਵਨ ਗੁਰੂ ਬਾਣੀ ਬਿਨਾ ਮਾਤਾ ਧਨ ਮਹਾਸ। ਹਰਮੀ ਆਪੋ ਆਪਣੀ ਜਿਹੜਾ ਕੇ ਦੂਰ। ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ। ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ।
ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਰਾਇ ਜੀ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਜੀ ਧਨ ਹੈ ਧਨ ਹੈ ਧਨ